ਆਪ ਜੀ ਦਾ ਸਵਾਗਤ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ। ਮੇਰਾ ਇਹ ਪ੍ਰੋਗਰਾਮ ਸਪੈਸ਼ਲ ਗੈਸਟ ਦੇ ਨਾਂ ਥੱਲੇ ਤੁਸੀਂ ਦੇਖਦੇ ਹੋ ਹਰ ਹਫਤੇ। ਇਸ ਪ੍ਰੋਗਰਾਮ ਦੇ ਵਿੱਚ ਮੈਂ ਹਰ ਹਫਤੇ ਫਨਕਾਰਾਂ ਨੂੰ ਇੰਟਰਵਿਊ ਕਰਦਾ ਹਾਂ, ਜਿਹਦੇ ਵਿੱਚ ਗਾਇਕ ਵੀ ਹੁੰਦੇ ਹਨ, ਮਿਊਜ਼ੀਸ਼ੀਅਨ ਵੀ ਹੁੰਦੇ ਹਨ, ਸ਼ਾਇਰ ਵੀ ਹੁੰਦੇ ਹਨ, ਔਰ ਇਹਦੇ ਵਿੱਚ ਸਮਾਜ ਸੇਵਕ ਵੀ ਹੁੰਦੇ ਹਨ, ਪੋਲੀਟੀਸ਼ੀਅਨ ਵੀ ਹੁੰਦੇ ਹਨ, ਜਿਹੜੇ ਕਿ ਸਮਾਜ ਦੇ ਵਿੱਚ ਵਿਚਰਨ ਔਰ ਸਮਾਜ ਦੀ ਸੇਵਾ ਵਿੱਚ ਰੁਝੇ ਹੋਣ, ਲੱਗੇ ਹੋਣ। ਉਹਨਾਂ ਸਾਰਿਆਂ ਦੀ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਇਹ ਇੱਕ ਤਰ੍ਹਾਂ ਦਾ ਫਨ ਉਹਨਾਂ ਦਾ ਤੁਹਾਡੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਕਿ ਜਿਹੜੇ ਬੰਦੇ ਲੋਕਾਂ ਵਿੱਚ ਵਿਚਰ ਰਹੇ ਹਨ, ਉਹਨਾਂ ਦੀ ਰੁਚੀ ਕਿਹੋ ਜਿਹੀ, ਉਹਨਾਂ ਦੀ ਸੋਚ ਕਿਹੋ ਜਿਹੀ ਹੈ, ਇਸ ਨੂੰ ਲੈ ਕੇ ਆਪਾਂ ਤੁਹਾਡੇ ਸਾਹਮਣੇ ਪੇਸ਼ ਹੋਈਦਾ ਹੈ। ਅੱਜ ਜਿੱਡੇ ਵੱਡੇ ਫਨਕਾਰ ਨੂੰ ਮੈਂ ਤੁਹਾਡੇ ਰੂਬਰੂ ਕਰਨਾ ਹੈ, ਉਹਦਾ ਤੁਸੀਂ ਜਿਹੜਾ ਮੁਜ਼ਾਹਰਾ ਉਹ ਤੁਸੀਂ ਦੇਖ ਸਕਦੇ ਹੋ ਟਰੋਫੀਆਂ ਦੇ ਜ਼ਰੀਏ, ਸਰਟੀਫਿਕੇਟਾਂ ਦੇ ਜ਼ਰੀਏ, ਕਿਉਂਕਿ ਇਹੋ ਜਿਹਾ ਫਨਕਾਰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਪਹਿਲਾਂ। ਮੇਰੇ ਤੋਂ ਪਹਿਲਾਂ ਵੀ ਜਿਹੜੇ ਮੈਂ ਦੇਖੇ ਉਹ ਵੀ ਨਹੀਂ, ਆਪਣੇ ਟਾਈਮ ਦੇ ਵਿੱਚ ਜਿਸ ਵੇਲੇ ਮੈਂ ਸੀਗਾ ਸੰਗੀਤ ਦੇ ਵਿੱਚ ਉਸ ਵੇਲੇ ਵੀ ਨਹੀਂ, ਔਰ ਭਵਿੱਖਬਾਣੀ ਮੈਂ ਕਰ ਨਹੀਂ ਸਕਦਾ ਕੱਲ੍ਹ ਨੂੰ ਕੀ ਕਿਹੋ ਜਿਹਾ ਵਕਤ ਹੋਣਾ ਇਹ ਤਾਂ ਮੈਨੂੰ ਪਤਾ ਨਹੀਂ। ਲੇਕਿਨ ਇਸ ਫਨਕਾਰ ਨੇ ਆਪਣੇ ਨਾਂ ਨੂੰ, ਆਪਣੇ ਮਾਂ-ਬਾਪ ਦੇ ਨਾਂ ਨੂੰ, ਆਪਣੇ ਸਮਾਜ ਦੇ ਨਾਂ ਨੂੰ, ਆਪਣੇ ਇਰਦ ਗਿਰਦ ਦੇ ਨਾਂ ਨੂੰ, ਆਪਣੇ ਪਿੰਡ ਦੇ ਨਾਂ ਨੂੰ, ਆਪਣੇ ਦੇਸ਼ ਦੇ ਨਾਂ ਨੂੰ ਇੰਨਾ ਉੱਚਾ ਬੁਲੰਦੀਆਂ ਤੱਕ ਲੈ ਕੇ ਗਏ ਆਪਣੇ ਨਾਂ ਦੇ ਤਹਿਤ। ਇਹਨਾਂ ਨੂੰ ਆਪਾਂ ਸਲੂਟ ਵੀ ਕਰਾਂਗੇ ਔਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇਹਨਾਂ ਦੀ ਅਗਰ ਮੈਂ ਫਨਕਾਰੀ ਬਾਰੇ ਗੱਲ ਕਰਾਂ, ਇਹ ਕਿਉਂਕਿ ਆਮ ਤੌਰ 'ਤੇ ਹਰ ਫਨਕਾਰ ਦੇ ਵਿੱਚ ਇੱਕ ਫਨ ਹੁੰਦਾ ਹੈ ਜਾਂ ਦੋ ਹੁੰਦੇ ਹਨ। ਇਸ ਮੇਰੇ ਵੀਰ ਦੇ ਵਿੱਚ ਅਣਗਿਣਤ ਕਲਾ ਹਨ, ਔਰ ਇਹ ਗਾਉਣ ਦੀ ਗੱਲ ਕਰੀਏ ਤਾਂ ਵੀ, ਅਗਰ ਆਪਾਂ ਢੋਲਕ ਵਜਾਉਣ ਦੀ ਗੱਲ ਕਰੀਏ ਤਾਂ ਵੀ, ਅਗਰ ਆਪਾਂ ਢੋਲ ਵਜਾਉਣ ਦੀ ਗੱਲ ਕਰੀਏ ਤਾਂ ਵੀ। ਔਰ ਇਹਨਾਂ ਵਿੱਚ ਇੱਕ ਹੋਰ ਖੂਬੀ ਜਿਹੜੀ ਕਿ ਤੁਸੀਂ ਬਹੁਤ ਘੱਟ ਦੇਖੀ ਹੋਊਗੀ ਕਿ ਲੋਕਾਂ ਦੇ ਵਿੱਚ ਵਿਚਰਨਾ ਕਿੱਦਾਂ। ਕਿਉਂਕਿ ਜਦੋਂ ਤੁਸੀਂ ਸਟੇਜ 'ਤੇ ਜਲਵਾਗਰਾ ਹੁੰਦੇ ਆ ਅਤੇ ਉਹਦੇ ਵਿੱਚ ਫਿਜ਼ੀਕਲ ਤੌਰ 'ਤੇ ਤੁਸੀਂ ਥੱਕ ਵੀ ਜਾਂਦੇ ਆ, ਅਤੇ ਤੁਸੀਂ ਜਿਸ ਵੇਲੇ ਢੋਲ ਵਜਾਉਂਦੇ ਆ ਉਹ ਬਹੁਤ ਫਿਜ਼ੀਕਲ ਕੰਮ ਹੈ। ਉਸ ਕੰਮ ਨੂੰ ਤੁਸੀਂ ਮੁਸਕਰਾ ਕੇ ਨਿਭਾਉਣਾ ਔਰ ਲੋਕਾਂ ਦੇ ਵਿੱਚ ਵਿਚਰਨਾ, ਨਾਲ ਤੁਸੀਂ ਬੋਡੀ ਦੀ ਮੂਵਮੈਂਟਸ ਜਿਹਨੂੰ ਆਪਾਂ ਡਾਂਸ ਕਰ ਲੈਂਦੇ ਹਾਂ, ਉਹਨੂੰ ਵੀ ਤੁਸੀਂ ਸ਼ੋਅ ਕਰਨਾ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਇਹਦੇ ਨਾਲ ਅਗਰ ਮੈਂ ਇਹਨਾਂ ਦੇ ਫਨ ਬਾਰੇ ਗੱਲ ਕਰਾਂ ਤਾਂ ਜੇ ਮੈਂ ਹੀ ਗੱਲਾਂ ਕਰਦਾ ਰਿਹਾ ਤਾਂ ਮੇਰੇ ਖਿਆਲ ਕਈ ਦਿਨ ਲੱਗ ਜਾਣਗੇ ਇਸੇ ਗੱਲ ਨੂੰ ਕਰਦੇ ਹਾਂ। ਆਪਾਂ ਬਹੁਤ ਕੁਛ ਇਹਨਾਂ ਕੋਲੋਂ ਜਾਣਨਾ ਹੈ, ਇਹ ਕਿੱਦਾਂ ਮਿਊਜ਼ਿਕ ਵਿੱਚ ਆਏ, ਕਿੱਦਾਂ ਇਹਨਾਂ ਨੇ ਇੰਨੀਆਂ ਬੁਲੰਦੀਆਂ ਤੱਕ ਇਹ ਪਹੁੰਚੇ, ਕਿੱਦਾਂ ਆਹ ਸਾਰੇ ਇਹਨਾਂ ਦੀਆਂ ਟਰੋਫੀਆਂ ਇਹਨਾਂ ਦੇ ਹਿੱਸੇ ਆਈਆਂ। ਇਹ ਸਾਲੇ ਬਹੁਤ ਫਖਰ ਦੀ ਗੱਲ ਹੈ। ਅੱਜ ਮੈਂ ਇਹਨਾਂ ਨਾਲ ਬੈਠਾ ਗੱਲ ਕਰ ਰਿਹਾ, ਹਾਲਾਂਕਿ ਮੈਂ ਇਹਨਾਂ ਨੂੰ ਜਾਤੀ ਤੌਰ 'ਤੇ ਤਕਰੀਬਨ 50 ਸਾਲ ਦੇ ਇਰਦ ਗਿਰਦ ਦੇ ਟਾਈਮ ਤੋਂ ਮੈਂ ਇਹਨਾਂ ਨੂੰ ਜਾਣਦਾ ਹਾਂ, ਅਤੇ ਅਸੀਂ ਬਹੁਤ ਵਾਰੀ ਇਕੱਠੇ ਵੀ ਵਿਚਰੇ ਹਾਂ ਸਟੇਜਾਂ 'ਤੇ, ਬਹੁਤ ਵਾਰੀ ਅਸੀਂ ਮੇਲ ਮਿਲਾਪ ਤਾਂ ਸਾਡਾ ਵੈਸੇ ਚੱਲਦਾ ਰਹਿੰਦਾ, ਅੱਜ ਵੀ ਹੈ। ਅੱਜ ਆਪ ਇਹਨਾਂ ਨਾਲ ਜਿਹੜੀ ਗੱਲ ਕਰਨੀ ਹੈ ਉਹ ਖਾਸ ਤੌਰ 'ਤੇ ਜਿਹੜਾ ਸੰਗੀਤ ਆ ਜਾਂ ਜਿਹੜਾ ਢੋਲ ਆ, ਤੁਸੀਂ ਸਟੇਜਾਂ 'ਤੇ ਬਣਦਾ ਸੁਣਿਆ। ਇੰਟਰਵਿਊ ਦੇ ਵਿੱਚ ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜਾ ਇਹਨਾਂ ਦਾ ਫਨ ਆ ਲੋਕਾਂ ਨੇ ਸੁਣਿਆ, ਇਹਨਾਂ ਦਾ ਫਨ ਲੋਕਾਂ ਨੇ ਦੇਖਿਆ। ਅੱਜ ਇਹਨਾਂ ਨਾਲ ਆਪਾਂ ਗੱਲ ਕਰਨੀ ਆ ਕਿ ਇਹ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਆ ਵੀ ਇਸ ਲੈਵਲ ਤੱਕ ਜਿਹੜਾ ਪਹੁੰਚਣਾ, ਉਹਦੇ ਪਿੱਛੇ ਕੀ ਰਾਜ਼ ਆ, ਕਿੰਨੀ ਕੁ ਮਿਹਨਤ ਆ, ਕਿੱਦਾਂ, ਕਿਉਂਕਿ ਪਰਿਵਾਰਾਂ ਦੇ ਵਿੱਚ ਹੋਰ ਕੰਮ ਬਹੁਤ ਹੁੰਦੇ ਆ। ਇਹੋ ਜਿਹੇ ਕੰਮ ਨੂੰ ਪ੍ਰਾਪਤ ਕਰਨ ਲਈ, ਆਪਾਂ ਉੱਚੇ ਜਾਣ ਲਈ ਤੁਹਾਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ, ਬਹੁਤ ਕੰਮ ਕਰਨਾ ਪੈਂਦਾ, ਤਾਂ ਜਾ ਕੇ ਤੁਸੀਂ ਕਿਸੇ ਬੰਨੇ ਕੰਢੇ ਲੱਗਦੇ ਆ। ਅਤੇ ਇਹਨਾਂ ਦੀਆਂ ਟਰੋਫੀਆਂ ਨੇ ਕਿੱਦਾਂ ਪ੍ਰਾਪਤ ਕੀਤੀਆਂ, ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਆਓ ਮੈਂ ਤੁਹਾਨੂੰ ਬਾਹਲੀਆਂ ਪਹੇਲੀਆਂ ਵਿੱਚ ਨਾ ਰੱਖਾਂ, ਆਪਾਂ ਮਿਲਦੇ ਹਾਂ ਇਹਨਾਂ ਨੂੰ। ਜਾਣੀ ਪੂਰੀ ਦੁਨੀਆ ਕਿੰਗ ਜੀ ਮਲ ਦੇ ਤੌਰ 'ਤੇ ਜਾਣਦੀ ਆ। ਗੁਰਚਰਨ ਮਲ ਜੀ ਢੋਲੀ ਸਾਰੇ ਜਾਣਦੇ ਹੋ। ਗੁਰਚਰਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਮਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧਰਮਚੰਦ ਜੀ ਸਪੈਸ਼ਲ ਗੈਸਟ ਸ਼ੋਅ ਵਿੱਚ। ਤੁਹਾਡਾ ਤਾਂ ਕੰਸੀ TV ਦਾ ਲੱਖ ਲੱਖ ਸ਼ੁਕਰ ਆ ਕਿ ਇੱਕ ਆਪਣੇ ਭਰਾ ਨੂੰ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ, ਮੈਂ ਜੈ ਗੁਰਦੇਵ ਤਾਂ ਸਤਿ ਸ਼੍ਰੀ ਅਕਾਲ ਕਰਨ ਤੋਂ ਪਹਿਲਾਂ ਵੀ ਅੱਜ ਮੈਂ ਇਸ ਇੰਟਰਵਿਊ ਦੇ ਵਿੱਚ ਮੈਂ ਇੰਨਾ ਖੁਸ਼ ਹਾਂ ਕਿਉਂਕਿ ਆਪਾਂ ਲਗੋਟੀਏ ਭਰਾ ਆ। ਬਿਲਕੁਲ ਬਿਲਕੁਲ ਢੋਲਕੀ ਤਾਂ ਜਾਣਦੇ ਆ। ਤਾਂ ਇਸ ਤਰੀਕੇ ਨਾਲ ਤੁਹਾਡਾ ਕਾਂਸੀ TV ਦਾ ਜਿੰਨੇ ਵੀ ਮੇਰੇ
ਬਜ਼ੁਰਗ ਮੇਰੇ ਭੈਣ ਭਰਾ ਮੇਰੇ ਬੱਚੇ ਹਾਂਜੀ। ਇਹ ਸੋਹਣੇ ਸੁਨੱਖੇ ਟੈਲੀਵਿਜ਼ਨ ਨੂੰ ਕਾਂਸੀ ਟੀਵੀ ਨੂੰ ਤੇ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਤੁਹਾਨੂੰ ਸਾਰਿਆਂ ਨੂੰ ਬਹੁਤ ਪ੍ਰੇਮ ਭਰੀ ਨਿੱਘੀ ਜੈ ਗੁਰਦੇਵ ਤਾਂ ਸਤਿ ਸ੍ਰੀ ਅਕਾਲ ਜੀ। ਬਹੁਤ ਉਮਦਾ ਨਾਮ ਹੈ ਗੁਰਚਰਨ ਮੱਲ ਜੀ ਦਾ। ਜੀ ਮੱਲ, ਢੋਲ ਬਲਾਸਟਰ, ਬਹੁਤ ਸਾਰੇ ਨਾਂ ਆ ਜਿਹੜੇ ਸ਼ਾਇਦ ਮੈਨੂੰ ਅੰਗਰੇਜ਼ੀ ਵਿੱਚ ਲੈਣੇ ਵੀ ਨਾਂ ਲਾਣ। ਇਹਨਾਂ ਨੂੰ ਬਹੁਤ ਸਨਮਾਨ ਮਿਲਿਆ, ਪਰ ਇਹਨਾਂ ਦੀ ਆਪਾਂ ਜਿਹੜੀ ਪਹਿਲੀ ਗੱਲ ਮੈਂ ਇਹ ਕਰਦਾ ਕਿਉਂਕਿ ਇਹਨਾਂ ਨੇ ਜਿੰਨਾ ਕੁਛ ਇਹਨਾਂ ਦੇ ਅੰਦਰ ਹੈ, ਜਿੰਨਾ ਇਹਨਾਂ ਦਾ ਫਨ ਇਹਨਾਂ ਦੇ ਕੋਲ ਹੈ, ਉਹ 'ਚ ਮੈਂ ਜਾਣਦਾ ਕਿ ਜੇ ਸੰਗੀਤ ਵਿੱਚ ਆਉਣਾ, ਹਾਂਜੀ ਹੁਣ ਆਪਾਂ ਤੁਹਾਨੂੰ ਨਾਲ ਗੱਲ ਕਰੀਏ, ਜੇ ਸੰਗੀਤ ਵਿੱਚ ਆਉਣਾ ਇਹਦਾ ਜਿਹੜਾ ਤੁਹਾਡੇ ਖੂਨ ਵਿੱਚ ਕੋਈ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਲੈ ਕੇ ਆਉਂਦੀ ਆ। ਹਾਂਜੀ। ਨਹੀਂ ਤਾਂ ਜਿਹੜੇ ਆਪਾਂ ਸੰਗੀਤ ਦੇ ਵਿੱਚ ਜਿਹੜੇ ਵਿਚਰਨ ਵਾਲੇ ਲੋਕ ਹੈ, ਸਾਨੂੰ ਹੋਰ ਨਾਮਾਂ ਨਾਲ ਵੀ ਲੋਕ ਪੁਕਾਰਦੇ ਆ। ਤੁਹਾਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸੰਗੀਤ ਵਿੱਚ ਆਉਣ ਨੂੰ? ਹਾਂਜੀ, ਉਹ ਜਿੱਦਾਂ ਕਹਿੰਦੇ ਵੀ ਕੋਈ ਵੀ ਆਦਮੀ ਕਦੇ ਨਾ ਸੋਚ ਕੇ ਕੰਮ ਨਹੀਂ ਕਰਦਾ। ਹਾਂਜੀ। ਇਹ ਅਣਟੱਕਰੀ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਜਦੋਂ ਅਸੀਂ ਇਸ ਮੁਲਕ ਵਿੱਚ ਆਏ ਹਾਂ ਨਾ, ਤਾਂ ਸਾਡੇ ਪਿਤਾ ਜੀ ਦਾ ਲੱਖ ਲੱਖ ਸ਼ੁਕਰ ਆ ਵੀ ਸਾਨੂੰ ਉਹਨਾਂ ਨੇ ਇੱਥੇ ਮੰਗਾਇਆ। ਉਹਨਾਂ ਨੇ ਸਾਨੂੰ ਇੱਥੇ ਤਾਂ ਮੰਗਾਇਆ ਵੀ ਅਸੀਂ ਸਾਰੇ ਗਰੀਬ ਸੀਗੇ। ਠੀਕ ਹੈ। ਇਕੱਲੇ ਰਵਿਦਾਸੀਏ ਨਹੀਂ, ਜਿੰਨੇ ਵੀ ਪੰਜਾਬੀ ਜਾਂ ਹਿੰਦੁਸਤਾਨੀ ਅਸੀਂ ਸੀਗੇ, ਆਪਾਂ ਸਾਰੇ ਗਰੀਬ ਸੀਗੇ। ਠੀਕ ਹੈ। ਉਹਦਾ ਆਨਸਰ ਇਹ ਆ ਵੀ ਜੇ ਅਸੀਂ ਗਰੀਬ ਨਾ ਹੁੰਦੇ, ਅਸੀਂ ਆਪਣੇ ਭੈਣ ਭਰਾ, ਆਪਣੇ ਉੱਤੇ ਰਿਸ਼ਤੇਦਾਰ, ਆਪਾਂ ਸਾਰੇ ਛੱਡ ਕੇ ਕਾਹਤੇ ਇੱਥੇ ਆਉਣਾ ਸੀ? ਉੱਥੇ ਵੀ ਖੁਸ਼ ਰਹਿ ਸਕਦੇ ਸੀ। ਅੱਛਾ, ਮੇਨ ਮੇਰੇ ਪਿਤਾ ਜੀ ਦਾ ਇਹ ਸੀਗਾ ਵੀ ਮੈਂ ਪੜ੍ਹਾਈ ਕਰਾਂ। ਠੀਕ ਹੈ। ਵੀ ਪੜ੍ਹਾਈ ਕਰਕੇ ਡਿਗਰੀਆਂ ਲੈ ਕੇ ਕੋਈ ਅੱਛੀ ਨੌਕਰੀ 'ਤੇ ਲੱਗੀਏ, ਵੀ ਜਿਹੜੀਆਂ ਉਹਨਾਂ ਨੇ ਤਕਲੀਫਾਂ ਨਹੀਂ ਦੇਖੀਆਂ ਸੀ ਵੀ ਉਹ ਸਾਨੂੰ ਨਾ ਦੇਖਣੀਆਂ ਪੈਣ ਜਾਂ ਸਾਡੇ ਬੱਚਿਆਂ ਨੂੰ ਨਾ ਦੇਖਣੀਆਂ ਪੈਣ। ਠੀਕ ਹੈ। ਤਾਂ ਫਿਰ ਡੈਡੀ ਹੁਣੀ ਕਹਿੰਦੇ ਵੀ ਤੂੰ ਪੜ੍ਹ ਹੈ ਨਾ। ਤਾਂ ਮੈਂ ਕਿਹਾ ਠੀਕ ਹੈ, ਪੜ੍ਹ ਲੈਂਦੇ ਆ। ਪਰ ਫਿਰ ਪਿਤਾ ਜੀ ਹੁਣੀ ਆਪਣੇ ਰਵਿਦਾਸੀਆ ਕੌਮ ਦੇ ਵਿੱਚੋਂ UK ਦੇ ਵਿੱਚ ਉਹ ਪਹਿਲਾਂ ਗਿਆਨੀ ਹੋਏ ਆ। ਹਾਂਜੀ, ਉਹਨੂੰ ਗਿਆਨੀ ਜੀ ਕਰਕੇ ਜਾਣਦੇ। ਡੈਡੀ ਹੁਣੀ ਜੀ ਦਾ ਨਾਮ ਬਹੁਤੇ ਗਿਆਨੀ ਕਰਕੇ ਜਾਣਦੇ ਸੀ, ਹਾਂਜੀ। ਹਜ਼ਾਰਾ ਰਾਮ ਮੱਲ। ਤਾਂ ਉਹ ਗੁਰੂ ਘਰ ਜਾਂਦੇ ਸੀਗੇ। ਹਾਂਜੀ ਹਾਂਜੀ। ਜਦੋਂ ਗੁਰੂ ਘਰ ਜਾਂਦੇ ਸੀਗੇ ਤਾਂ ਉਸ ਵੇਲੇ ਸੰਗਤ ਛੋਟੀ ਜਿਹੀ ਹੁੰਦੀ ਸੀ, ਘਰਾਂ ਵਿੱਚ ਸੰਗਤ ਲੱਗ ਥੋੜੇ ਹੁੰਦੇ ਸੀ ਬੰਦੇ, ਥੋੜੇ ਸੀ। ਤਾਂ ਫਿਰ ਆਸਟਰ ਰੋਡ ਤੇ ਸੰਗਤਾਂ ਲੱਗਣ ਲੱਗ ਪਈਆਂ। ਉਹ ਇੱਕ ਪਾਸੇ ਢੋਲਕੀ ਪਈ ਹੁੰਦੀ ਸੀਗੀ। ਠੀਕ ਹੈ। ਤਾਂ ਉਹ ਉੱਥੇ ਕਿਉਂਕਿ ਥੋੜੇ ਜਿਹੇ ਹੁੰਦੇ ਸੀ, ਉੱਥੇ ਢੋਲਕੀ ਵਜਾਉਣ ਵਾਲਾ ਕੋਈ ਨਹੀਂ ਸੀਗਾ। ਤਾਂ ਕਿਉਂਕਿ ਮੈਨੂੰ ਉਹ ਪੁਰਾਣਾ, ਕਿਉਂਕਿ ਮੇਰਾ ਜਨਮ ਹੈਗਾ ਹਕੀਮਪੁਰ ਦਾ, ਪਰ ਮੈਂ ਛੋਟੀ ਉਮਰ ਵਿੱਚ 4.5 ਸਾਲ ਦਾ ਸੀਗਾ ਜਦੋਂ ਅਸੀਂ ਖਾਸ ਲੁਧਿਆਣੇ ਚਲੇ ਗਏ, ਜਿਹੜਾ ਕਿ ਇੱਕ ਸੰਗੀਤ ਦਾ ਘਰਾਣਾ ਪੰਜਾਬ ਵਿੱਚੋਂ ਗਿਣਿਆ ਜਾਂਦਾ ਸੀਗਾ। ਠੀਕ ਹੈ। ਅੱਛਾ, ਉੱਥੇ ਜਾ ਕੇ ਉੱਥੇ ਜਾਣੀ ਕਿ ਜਮਨਾ ਜੱਟ ਜੀ ਹੋਰ ਇਹ ਬਹੁਤ ਅੱਛੇ ਕਲਾਕਾਰ ਉਹਨਾਂ ਨੇ ਆਉਣਾ। ਉਸ ਟਾਈਮ 'ਤੇ ਅਸੀਂ ਦੇਖਣ ਜਾਣਾ ਤਾਂ ਉਹ ਜਿਹੜੀ ਤੁੰਬੀ ਦੀ ਤਾਰ ਤਾਂ ਢੋਲਕ ਦੀ ਸੀਗੀ ਨਾ ਆਵਾਜ਼, ਉਹ ਇੱਥੇ ਮੇਰੇ ਕੰਨਾਂ ਵਿੱਚ ਖੜਕਦੀ ਰਹੀ। ਉਹ ਰੁਚੀ ਬਣਿਆ। ਠੀਕ ਹੈ। ਉਹ ਜਦੋਂ ਫਿਰ ਉੱਥੇ ਗੁਰੂ ਘਰ ਜਾਣਾ, ਹਾਂਜੀ, ਉੱਥੇ ਢੋਲਕੀ ਪਈ, ਉਹਦੇ ਪਿੱਠ ਸਿੱਧੇ ਹੱਥ, ਕਿਉਂਕਿ ਉਸ ਵੇਲੇ ਟੀਚਰ ਤਾਂ ਹੈ ਹੀ ਨਹੀਂ ਸੀ ਤੇ ਸਿਖਾਉਣ ਲਈ। ਸਹੀ ਗੱਲ। ਤਾਂ ਜਿੱਦਾਂ ਵੀ ਆਪਾਂ, ਤੁਸੀਂ ਵੀ, ਮੈਂ ਵੀ, ਜਿੰਨੇ ਵੀ ਪੁਰਾਣੇ ਕਲਾਕਾਰ 60 ਵਿੱਚ 70 ਵਿੱਚ ਆਪਣੀ ਮਿਹਨਤ ਨਾਲ ਸਿੱਖੀ, ਆਪਣੀ ਮਿਹਨਤ ਨਾਲ ਹੀ ਕੋਈ ਗੀਤ ਸੁਣ ਕੇ ਉਹ ਲੱਗੇ ਰਹਿਣਾ, ਜਾਂ ਬਾਜੇ ਦਾ ਬੀਜ ਜਾਂ ਗਾਉਣ ਦਾ, ਮਿਹਨਤ ਬਹੁਤ ਸੀ। ਬੜੀਆਂ ਸਟਰਗਲਾਂ ਜਾਣੀ ਕਿ। ਬਿਲਕੁਲ ਸਹੀ ਗੱਲ। ਤਾਂ ਫਿਰ ਮੈਨੂੰ ਸ਼ੌਕ ਪੈ ਗਿਆ ਵੀ ਯਾਰ ਗਰੁੱਪ ਬਣਾਈਏ ਗਾਉਣ ਦਾ, ਪਰ ਘਰਦਿਆਂ ਤੋਂ ਡਰਦਾ ਸੀ। ਠੀਕ। ਵੀ ਉਹਨੂੰ ਵੀ ਲੋਕੀ ਤਾਂ ਭੁੱਖੇ ਮਰਦੇ ਇਸ ਚੀਜ਼ ਦੇ ਵਿੱਚੋਂ, ਆਪਾਂ ਗਰੀਬੀ ਵਿੱਚੋਂ ਆਏ ਤਾਂ ਉਹ ਕਾਹਦੇ ਕੰਮ ਕਰਨਾ ਚਾਹੁੰਦਾ। ਮਾਂ ਪਿਓ ਦੀ ਗਲਤੀ ਨਹੀਂ ਸੀ, ਪਰ ਕਿਉਂਕਿ ਸਾਡੀ ਸਮਝ ਹੈ ਨਹੀਂ ਸੀ ਉੱਥੇ ਤੱਕ, ਕਿਉਂਕਿ ਨਿਆਣੇ ਹੁੰਦੇ ਆ, ਲੱਲੜਪੁਣਾ ਹੁੰਦਾ ਆ, ਜਵਾਨੀ ਹੁੰਦੀ ਆ, ਹੈ ਨਾ। ਤਾਂ ਮੈਂ ਫਿਰ ਚੋਰੀ ਜਾਣੀ ਕਿ ਗਰੁੱਪ ਜਿਹਾ, ਤਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਆ ਬਈ ਵਨ ਥਿੰਗ ਲੈਡ ਟੂ ਅਨਦਰ। ਹਾਂਜੀ ਤੁਸੀਂ, ਹਾਂਜੀ ਓਕੇ। ਦੇਖੋ ਜਿਹੜਾ ਸੰਗੀਤ ਆ, ਜਿੱਦਾਂ ਜਿਹੜਾ ਸੰਗੀਤ ਸਾਡੇ ਵਿੱਚ ਆਇਆ ਜਾਂ ਮੇਰੇ ਭਰਾ ਵਿੱਚ ਆਇਆ, ਇਹ ਸਾਡੇ ਨਾਨਕਿਆਂ ਵੱਲੋਂ ਆਇਆ ਸੀ। ਸਾਡੇ ਜਿਹੜੇ ਨਾਨਕੇ ਤੇ ਮਾਮਾ ਸੀਗੇ ਉਹ ਗਾਉਂਦੇ ਸੀ ਪਹਿਲਾਂ ਹੀ, ਤੇ ਸਾਡੀ ਮਦਰ ਨੂੰ ਸੰਗੀਤ ਬਾਰੇ ਬਹੁਤ ਸ਼ੌਕ ਸੀਗਾ। ਤੇ ਉਹ ਬ੍ਰਦਰ ਤੋਂ ਬਾਅਦ ਫਿਰ ਮੇਰੇ ਵੱਲ ਆ ਗਿਆ, ਫਿਰ ਇੱਦਾਂ ਮੇਰੇ ਨੈਫਿਊ ਵੱਲ, ਇੱਦਾਂ ਗਾਹਾਂ ਤੇ ਗਾਹਾਂ, ਬਾਅਦ 'ਚ ਮੇਰੇ ਹੁਣ ਪੋਤੇ ਵਿੱਚ ਆ। ਇਹ ਇੱਕ ਤਰ੍ਹਾਂ ਦੀ ਇੱਕ ਫੈਮਿਲੀ ਹੋ ਗਈ। ਜਦੋਂ ਸਾਡੀ ਫੈਮਿਲੀ ਵਿੱਚ ਕੋਈ ਵੀ ਨਹੀਂ ਸੀਗਾ, ਤਾਂ ਮੇਰੇ ਤਾਂ ਪਿਤਾ ਜੀ, ਅਸੀਂ 2 ਭਰਾ ਆ, ਮੇਰੀਆਂ 2 ਬੜੀਆਂ ਭੈਣਾਂ ਆ, ਤਾਂ ਉਹ ਇੰਡੀਆ ਹੀ ਆ। ਤਾਂ ਬਈ ਡੈਡੀ ਹੁਣੀ ਕਹਿੰਦੇ ਵੀ ਤੂੰ ਪੜ੍ਹ, ਤਾਂ ਜਾਣੀ ਕਿ ਨਾ ਫਿਰ ਮੈਂ ਪੜ੍ਹਾਈ ਵੀ ਕਰੀ ਗਿਆ ਨਾਲ ਨਾਲ,
ਹੈ ਜੀ। ਤਾਂ ਅਸੀਂ ਪਹਿਲਾ ਪ੍ਰੋਗਰਾਮ 1968 ਦੇ ਵਿੱਚ ਗੁਰੂ ਘਰ ਕੀਤਾ ਸੰਗਤ ਮੋਰੇ। ਇੱਦਾਂ ਅਸੀਂ ਸੰਗਤ ਦਾ ਨਿੱਕਾ ਜਿਹਾ ਗਰੁੱਪ ਬਣਾਇਆ ਸੀ ਪਹਿਲਾਂ ਜੀ। ਉਸ ਵੇਲੇ ਗੁਰੂ ਰਵਿਦਾਸ ਜੀ ਦਾ, ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸੀਗਾ। ਤਾਂ ਉੱਥੇ ਅਸੀਂ ਇੱਕ ਛੋਟਾ ਜਿਹਾ ਜਾਣੀ ਕਿ ਧਾਰਮਿਕ ਗੁਰੂ ਜੀ ਤੇ ਗੀਤ ਗਾਇਆ ਸੀਗਾ। ਉੱਥੋਂ ਫਿਰ ਸ਼ੁਰੂਆਤ ਹੋ ਗਈ, ਫਿਰ ਗਾਉਣ ਦੇ ਗਰੁੱਪ ਜਾਣੀ ਕਿ। ਹਾਂਜੀ ਹਾਂਜੀ ਹਾਂਜੀ, ਠੀਕ ਆ। ਅੱਛਾ, ਤੁਸੀਂ ਬਹੁਤ ਲੰਬਾ ਚਿਰ ਢੋਲਕੀ ਵਜਾਈ। ਹਾਂਜੀ, ਵੱਖਰੇ ਵੱਖਰੇ ਗਰੁੱਪਾਂ ਦੇ ਨਾਲ ਆਪਾਂ ਮਿਲਦੇ ਰਹੇ, ਲੇਕਿਨ ਢੋਲਕੀ ਤੋਂ ਢੋਲ ਦਾ ਸਫ਼ਰ ਇਹ ਵੀ ਦੱਸੋ ਕਿੱਦਾਂ? ਇਹ ਵੀ ਜਿੱਦਾਂ ਕਹਿੰਦੇ ਕੋਈ ਵਾਹਿਗੁਰੂ ਦੀ ਆਪਣੀ ਕੋਈ ਖੇਡ ਆ, ਤਾਂ ਇਹ ਵੀ ਅਣਟੱਕਲੇ ਮੈਨੂੰ ਕੋਈ ਸ਼ੌਂਕ ਨਹੀਂ ਸੀ ਢੋਲ ਦਾ। ਠੀਕ ਆ। ਢੋਲਕੀ ਮੈਂ ਬੜੇ ਪਿਆਰ ਨਾਲ, ਬਹੁਤ ਸ਼ੌਂਕ ਸੀ ਮੈਨੂੰ ਢੋਲਕੀ ਦਾ ਹੀ, ਢੋਲ ਦਾ ਨਹੀਂ ਸੀ ਕੋਈ ਸ਼ੌਂਕ। ਤਾਂ ਮੈਂ ਜਾਂਦਾ ਹੁੰਦਾ ਸੀ ਨਿਰੰਕਾਰੀ ਮਿਸ਼ਨ ਦੇ ਵਿੱਚ, ਸੰਗਤ ਦੇ ਵਿੱਚ, ਉੱਥੇ ਮੈਂ ਸੇਵਾ ਕਰਦਾ ਹੁੰਦਾ ਢੋਲਕੀ ਦੀ। ਤਾਂ ਹਸਮੁਖ ਜੀ ਦਾ, ਸੱਚ ਉਪਾਸਕ ਜੀ ਦਾ ਛੋਟਾ ਬ੍ਰਦਰ ਦਿੱਲੀ ਤੋਂ ਆਇਆ, ਹਸਮੁਖ ਜੀ। ਠੀਕ। ਉਹ ਕਹਿੰਦੇ ਯਾਰ ਤੁਸੀਂ ਸੰਗਤ ਦਾ ਗਾਉਣ ਦੀ ਟੀਮ ਤਾਂ ਹੈਗੀ ਤੁਹਾਡੇ ਕੋਲ, ਵੀ ਤੁਸੀਂ ਭੰਗੜੇ ਦੀ ਟੀਮ ਵੀ ਬਣਾ ਲਓ। ਅੱਛਾ, ਠੀਕ। ਤਾਂ ਉਹ ਕਹਿੰਦੇ ਵੀ ਸਾਡੇ ਕੋਲ ਢੋਲੀ ਹੈ ਨਹੀਂ। ਉਹ ਕਹਿੰਦੇ ਲੈ ਪਤਾ ਨਹੀਂ ਸੰਗਤ ਵਿੱਚ ਮਹਾਂਪੁਰਸ਼ਾਂ ਨੇ ਕੀ ਨਹੀਂ ਕਹਿ ਦਿੱਤਾ। ਕਹਿੰਦੇ ਲੈ ਆਪਣੇ ਕੋਲ ਗੁਰਚਰਨ ਹੈਗੇ, ਉਹ ਢੋਲਕੀ ਵਜਾਉਣਾ ਦਾ ਉਹਨੇ ਬਸ ਇਹੀ ਆ ਜਿੰਗ ਜਗ ਹੈ ਨਾ, ਵੀ ਉਹਨੇ ਕਰ ਲੈਣਾ ਆ। ਤਾਂ ਮੈਨੂੰ ਪਤਾ ਹੀ ਨਹੀਂ ਸੀਗਾ। ਉਸ ਵੇਲੇ ਪਤਾ ਲੱਗਾ ਜਾਣੀ ਕਿ ਜਦੋਂ 2 ਢੋਲ ਉਹਨਾਂ ਨੇ ਦਿੱਲੀ ਤੋਂ ਪੱਕੀ ਟਾਹਲੀ ਦੇ, ਅੱਛਾ, ਉਹਨਾਂ ਨੇ ਦੇਸੀ ਢੋਲ ਮੇਰੇ ਵਾਸਤੇ ਮੰਗਾ ਕੇ ਕਹਿੰਦੇ ਗੁਰਚਰਨ ਜੀ, ਕਹਿੰਦੇ ਵੀ ਆਹ ਤੁਹਾਡੇ ਵਾਸਤੇ, ਇਹ ਹੁਣ ਤੁਸੀਂ ਆਪਾਂ ਭੰਗੜੇ ਦੀ ਟੀਮ ਬਣਾਉਣੀ ਆ। ਉਹ ਮੈਂ ਕਿਹਾ ਸੰਤੋ ਵੀ ਮੈਨੂੰ ਤਾਂ ਜਾਣੀ ਕਿ ਢੋਲਕੀ ਮਸੀ ਆਉਂਦੀ, ਢੋਲ ਕਿੱਥੋਂ ਹੈ? ਕਹਿੰਦੇ ਨਹੀਂ ਢੋਲਕੀ ਤੂੰ ਵਜਾ ਲੈਣਾ, ਇਹ ਵੀ ਵਜਾ ਲੈਣਾ। ਵੀ ਪਤਾ ਨਹੀਂ ਉਹ ਦਿਮਾਗ ਦੇ ਵਿੱਚ ਕੀ ਆਇਆ। ਮੈਂ ਕਿਹਾ ਯਾਰ ਇਹਨਾਂ ਨੇ ਮੇਰਾ ਇੰਨਾ ਮਾਣ ਕੀਤਾ। ਨਾਲੇ ਕਹਿੰਦੇ ਹੁੰਦੇ ਸਿਆਣੇ ਵੀ ਗਲ ਪਿਆ ਢੋਲ ਵਜਾਉਣਾ ਪੈਂਦਾ ਹੈ ਨਾ, ਗਲ ਪਿਆ ਢੋਲ ਵਜਾਉਣਾ ਪੈਂਦਾ। ਪਰ ਮੈਂ ਕਹਿੰਦਾ ਵੀ ਹਾਂ ਮੈਂ ਵਜਾਊਂਗਾ, ਪਰ ਮੈਂ ਕੋਸ਼ਿਸ਼ ਕਰੂੰਗਾ ਇਹਨੂੰ ਅੱਛੇ ਤਰੀਕੇ ਨਾਲ ਵਜਾਵਾਂ। ਠੀਕ ਆ। ਤਾਂ ਇੱਦਾਂ ਫਿਰ ਇਹਦੀ ਸ਼ੁਰੂਆਤ ਢੋਲਕੀ ਦੇ ਜਾਣੀ ਕਿ ਸੀਗੇ। ਗਾਉਣ ਦੇ ਗਰੁੱਪ ਵੀ ਸੀਗੇ ਜਿਹੜੇ ਕਿ ਅਸੀਂ ਬਹੁਤ ਬੜੇ ਅਵਾਰਡ ਗਾਉਣ ਵਾਲੇ, ਮੇਰੇ ਨਿਦਾਨ ਗਰੁੱਪ ਹੁੰਦਾ ਸੀ ਹੈ ਜੀ। ਉਹਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਮੋਹਣੀ ਸੀ, ਆਪਾਂ ਇਕੱਠਿਆਂ ਨੇ ਭਾਜੀ ਬਲਦੇਵ ਮਸਤਾਨ ਹੀਰੇ ਦਾ ਇਕੱਠੇ ਆਪਾਂ ਹੈ ਜੀ। ਤਾਂ ਉਹ ਤਰੀਕੇ ਨਾਲ ਮੋਹਣੀ ਦਾ ਅਸੀਂ ਜਿਹੜਾ ਫਿਰ ਉਹਨੇ ਬਾਅਦ ਵਿੱਚ ਨਿਮਾਣਾ ਗਰੁੱਪ ਬਣਾਇਆ ਸੀਗਾ ਹੈ ਜੀ। ਅਸੀਂ ਇਕੱਠਿਆਂ ਨੇ ਗਰੁੱਪ ਬਣਾਇਆ ਸੀ, ਉਹਦਾ ਨਾਂ ਰੱਖਿਆ ਨਿਦਾਨ ਗਰੁੱਪ ਹੈ ਜੀ। ਫਿਰ ਬਹੁਤ ਅੱਛੇ ਬੱਚੇ ਆ ਕੇ, ਬੱਚੀਆਂ ਆ ਕੇ, ਫਿਰ ਅਸੀਂ ਅਵਾਰਡ ਵੀ 1973 ਦੇ ਵਿੱਚ ਜਿਹੜੀ ਪਹਿਲੀ ਅਵਾਰਡ ਅਸੀਂ ਜਿੱਤੀ। ਕਿਉਂਕਿ ਕਈ ਗੱਲਾਂ ਕਰ ਦਿੰਦੇ ਆ ਬੇਲਾ ਵੀ ਅਸੀਂ ਇੰਨੇ ਚਿਰ ਤੋਂ ਸ਼ੁਰੂ ਕੀਤਾ, ਪਰ ਉਹਨਾਂ ਵਾਸਤੇ ਉਹਨਾਂ ਕੋਲ ਪ੍ਰੂਫ ਹੈ ਨਹੀਂ। ਸਹੀ ਆ। ਮੇਰੇ ਕੋਲ ਕੱਲੀ ਚੀਜ਼ ਦਾ ਜਾਣੀ ਕਿ ਨਾ, ਉਹ ਤਾਂ ਹੀ ਮੈਂ ਕਿਹਾ ਵੀ ਜਿਹੜੇ ਆਪਣੇ ਇਸ ਪ੍ਰੋਗਰਾਮ ਸੋਹਣੇ ਸੁਨੱਖੇ ਨੂੰ, ਧਰਮਚੰਦ ਦੇ ਪ੍ਰੋਗਰਾਮ ਨੂੰ ਦੇਖ ਰਹੇ ਆ, ਵੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਆਦਮੀ ਇਕੱਲਾ ਗੱਲਾਂ ਨਹੀਂ ਕਰਦਾ, ਪਰ ਇਹ ਸੱਚੀ ਪ੍ਰੂਫ ਹੈਗਾ। ਅੱਛਾ, ਆਪਾਂ ਜਿਹੜੀ ਇਨਾਮ ਦੀ ਗੱਲ ਆ, ਇੱਕ ਤੁਸੀਂ ਨਾਂ ਜ਼ਿਕਰ ਕੀਤਾ ਮੋਹਨ ਨਿਮਾਣਾ, ਸਪੈਸ਼ਲ ਗੈਸਟ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਨਾਮ ਆਉਂਦਾ, ਕਿਉਂਕਿ ਉਹ ਇੱਕ ਇਕੱਲੇ ਸਿੰਗਰ ਨਹੀਂ ਸੀਗੇ। ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ, ਜਿਹੜੀ ਉਹਨਾਂ ਦੀ ਗੱਲਬਾਤ ਸੀਗੀ, ਉਹ ਬਹੁਤ ਰਿਚ ਸੀਗੀ। ਦੋ ਗੱਲਾਂ ਉਹਨਾਂ ਬਾਰੇ ਮੈਂ ਖਾਸ ਮੈਂਸ਼ਨ ਇਹ ਕਰਨਾ ਚਾਹੁੰਦਾ ਕਿ ਇੱਕ ਤਾਂ ਮੁਹੰਮਦ ਰਫੀ ਨੂੰ ਗਾਉਣਾ ਆਪਣੇ ਆਪ ਵਿੱਚ ਇੱਕ ਸਪੈਸ਼ਲਿਟੀ ਹੋਣੀ ਚਾਹੀਦੀ ਆ। ਉਹ ਫਿਲਮਾਂ ਦੇ ਗਾਣੇ ਰਫੀ ਸਾਹਿਬ ਨੂੰ ਗਾਉਂਦੇ ਸੀ। ਉਹ ਦੂਸਰੀ ਗੱਲ, ਉਹਨਾਂ ਦੇ ਵਿੱਚ ਜਿਹੜੀ ਇਮਾਨਦਾਰੀ ਸੀ, ਜਿਹੜੀ ਗੱਲ ਜਿਹੜੀ ਕਰਨੀ, ਜਿੱਥੇ ਜਿਹੜੀ ਗੱਲ ਕਰਨੀ ਉੱਥੇ ਉਹਨੇ ਖੜੇ ਹੋਣਾ, ਔਰ ਵੈਰੀ ਹੈਲਪਫੁਲ। ਪਰ ਪਤਾ ਕੀ ਹੈ ਮੇਰੇ ਵੀਰ, ਜਿਹੜੀ ਆਪਣੀ ਪੁਰਾਣੀ ਕਮਿਊਨਿਟੀ ਸੀ ਨਾ, ਹਾਂਜੀ, ਗਾਉਣ ਵਾਲਿਆਂ ਦੀ ਵੀ ਏਕਤਾ ਇੱਦਾਂ ਸੀ, ਵਜਾਉਣ ਵਾਲਿਆਂ ਦੀ ਵੀ ਯੂਨਿਟੀ ਇੱਕ ਸੀਗੀ, ਗਾਉਣ ਤੋਂ ਵਜਾਉਣ ਵਾਲਿਆਂ ਦੀ, ਭੰਗੜੇ ਟੀਮਾਂ ਦੀ ਵੀ, ਪਲੱਸ ਇਕੱਲੀ ਉਹ ਨਹੀਂ, ਸਾਡੀ ਕਮਿਊਨਿਟੀ ਦੀ ਬਹੁਤ ਏਕਤਾ ਸੀ, ਇਤਫਾਕ ਸੀ, ਪਿਆਰ ਮੁਹੱਬਤ ਸੀ। ਕਿਸੇ ਨੂੰ ਪਤਾ ਵੀ ਆਹ ਫਲਾਨੀ ਕੌਮ ਦਾ, ਫਲਾਨੀ ਕੌਮ ਦਾ, ਫਲਾਨੀ, ਇਹ ਸਾਰਿਆਂ ਵਿੱਚ ਇੰਨਾ ਪ੍ਰੇਮ ਮਗਰੋਂ ਆ ਕੇ ਹੋਇਆ ਸਭ ਹੈ ਜੀ। ਉਹ ਕਿਉਂਕਿ ਦੇਖੋ ਪ੍ਰੇਮ ਮੁਹੱਬਤ ਹੈਗਾ ਜਿੰਨਾ ਚਿਰ ਤੁਹਾਡੇ ਕੋਲ ਗਰੀਬੀ ਆ। ਹਾਂਜੀ, ਠੀਕ ਆ। ਜਦੋਂ ਫਿਰ ਤੁਹਾਨੂੰ ਰੋਟੀ ਖਾਣ ਨੂੰ ਮਿਲ ਜਾਏ, ਥੋੜਾ ਆਪਣਾ ਘਰ ਹੋ ਜਾਂਦਾ, ਆਪਣੇ ਕੋਲ ਤੁਹਾਡੀ ਗੱਡੀ ਹੋ ਜਾਂਦੀ, ਫਿਰ ਤੁਸੀਂ ਕਹਿੰਦੇ ਯਾਰ ਮੈਨੂੰ ਇਹਦੀ ਕੀ ਲੋੜ ਆ। ਅੱਛਾ ਗੁਰਚਰਨ ਜੀ, ਆਪਾਂ ਮੁਹੱਬਤ ਨਾਲ ਗੱਲ ਕਰਦੇ ਹਾਂ, ਮੈਨੂੰ ਕਈ ਵਾਰੀ ਕਿੰਗ ਜੀ ਮੈਂ ਕਹਿਣਾ ਭੁੱਲ ਜਾਂਦਾ। ਹਾਂਜੀ ਹਾਂਜੀ, ਪਰ ਉਹਦਾ ਸਤਿਕਾਰ ਥੋੜ੍ਹਾ ਪੂਰਾ ਹੈ ਜੀ, ਕਿਉਂਕਿ ਆਪਣੇ ਬੱਚੇ ਨੂੰ ਤੁਸੀਂ ਡਾਕਟਰ ਕਹੀ ਜਾਓ, ਇੱਦਾਂ ਲੱਗਦਾ ਜਿੱਦਾਂ ਇਹ ਸਾਡੇ ਵੀਰ ਆ, ਅਸੀਂ ਇਕੱਠੇ ਵਿਚਰੇ ਹਾਂ।
ਤੇ ਜੇ ਇਹਨਾਂ ਨੂੰ ਅਸੀਂ ਉਹ ਕਿੰਗ ਜੀ ਕਰਕੇ ਵਧੀਆ ਨਹੀਂ ਲੱਗਦਾ। ਇਸ ਕਰਕੇ ਸਤਿਕਾਰ ਥੋੜਾ ਨਹੀਂ ਉਹ ਤਾਂ ਆਪਣਾ ਜਿਹੜਾ ਪ੍ਰੇਮ ਮੁਹੱਬਤ ਆ ਨਾ, ਮੈਂ ਤਾਂ ਸਾਰੇ ਸੱਜਣ ਮਿੱਤਰਾਂ ਨੂੰ ਕਹਿੰਦਾ। ਅੱਛਾ ਗੁਰਚਰਨ ਜੀ, ਤੁਸੀਂ ਢੋਲ ਵਜਾਉਣਾ ਸਿੱਖ ਲਿਆ, ਤੁਹਾਡੇ ਗਲ ਪੈ ਗਿਆ, ਤੁਸੀਂ ਉੱਤੇ ਮਿਹਨਤ ਕੀਤੀ ਕਰ ਲਈ। ਅੱਛਾ, ਜਦੋਂ ਤੁਸੀਂ ਸ਼ੌਕੀਆ ਤੌਰ 'ਤੇ ਇਹਨੂੰ ਅਪਣਾਇਆ, ਠੀਕ ਆ ਮੈਂ ਵਜਾਊਂਗਾ, ਤੁਸੀਂ ਮਿਹਨਤ ਕਰਨ ਲੱਗ ਪਏ। ਅੱਛਾ, ਜਦੋਂ ਤੁਹਾਨੂੰ ਪਹਿਲਾ ਇਨਾਮ ਮਿਲਿਆ, ਹਾਂਜੀ, ਤੁਸੀਂ ਕਿੱਦਾਂ ਮਹਿਸੂਸ ਕੀਤਾ? ਦੇਖੋ ਭਾਜੀ, ਕਿਉਂਕਿ ਪਹਿਲੀ ਅਚੀਵਮੈਂਟ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ। ਬਹੁਤ ਬੜੀ ਸੀਗੀ। ਪਹਿਲਾਂ ਜਾਣੀ ਕਿ ਸਾਨੂੰ ਨਿਦਾਨ ਗਰੁੱਪ ਨੂੰ ਮਿਲਿਆ, ਠੀਕ ਹੈ, ਮੇਰੇ ਗਾਉਣ ਵਾਲੇ ਗਰੁੱਪ ਨੂੰ। ਉਹਦੇ ਵਿੱਚ ਮਿਸਰਾਮਾ, ਡੈਨੀ ਸਰੰਗੀ, ਦੂਸਰਾ ਡੈਨੀ, ਸ਼ਾਮ, ਇੰਦਰਜੀਤ, ਲਸ਼ਕਰ, ਠੀਕ ਹੈ ਜੀ। ਈਵਨ ਭਾਜੀ ਆਪਣੇ ਮਸਤਾਨ ਹੀਰਾ ਭਾਜੀ, ਉਹ ਵੀ ਸਾਡੇ ਗਰੁੱਪ ਵਿੱਚ ਰਿਹਾ ਜੀ। ਤਾਂ ਉਹ ਦੇਖ, ਉਹ ਪਹਿਲਾ ਇਨਾਮ ਸਾਨੂੰ 73 ਵਿੱਚ ਮਿਲਿਆ, ਜਦੋਂ ਸੌਂਗ ਕੰਟੈਸਟ ਸੀਗਾ। ਤਾਂ ਜਿੱਦਾਂ ਅਸੀਂ ਆਪਣਾ ਪ੍ਰੋਗਰਾਮ ਆਪਣੀ ਮਿਹਨਤ ਕਰਕੇ, ਪ੍ਰੈਕਟਿਸਾਂ ਕਰਕੇ ਕਰਤਾ, ਕੋਈ ਨਹੀਂ ਸਾਡੇ ਦਿਮਾਗ ਵਿੱਚ ਵੀ ਅਸੀਂ ਜਿੱਤਾਂਗੇ ਜਾਂ ਕਿੱਦਾਂ ਆ, ਕਿਉਂਕਿ ਸਾਡੇ ਨਾਲ ਸੀਨੀਅਰ ਗਰੁੱਪ ਵੀ ਉੱਥੇ ਸੀਗੇ। ਉਹਨਾਂ ਵਿੱਚ ਇੱਕ ਆਪਣੇ ਅਨਾਰੀ ਸੰਗੀਤ ਵੀ ਸੀਗੇ, ਤਾਂ ਮੇਰੇ ਵੀ ਫਿਰ ਆਪਣੇ ਚੰਗੀ ਗਰੁੱਪ ਵੀ ਸੀ। ਉਸ ਏਸ਼ੀਅਨ ਸੌਂਗ ਕੰਟੈਸਟ ਦੀ ਗੱਲ ਆ, ਤਾਂ 75। ਤਾਂ ਉਹਦੇ ਵਿੱਚ ਜਦੋਂ ਸਾਨੂੰ ਇਨਾਮ ਮਿਲਿਆ, ਤਾਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਧਰਤੀ ਜਾਣੀ ਕਿ ਪੈਰਾਂ ਦੇ ਵਿੱਚੋਂ ਨਿਕਲ ਗਈ ਖੁਸ਼ੀ ਦੇ ਨਾਲ। ਪਰ ਇਹ ਸੀ ਭਾਜੀ, ਅਵਾਰਡ ਸ਼ਕਤੀ ਨਿੱਕੀ ਜਿਹੀ ਐਡੀ ਕਾ ਜਾਂ ਐਡੀ ਹੈ ਨਾ, ਉਹਦਾ ਜਦੋਂ ਤੁਹਾਨੂੰ ਕੋਈ ਸਟੇਜ 'ਤੇ ਸੱਦ ਕੇ ਪ੍ਰੈਜ਼ੈਂਟ ਕਰਦਾ, ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਟਸ ਪ੍ਰਾਈਸਲੈਸ। ਬਿਲਕੁਲ ਬਿਲਕੁਲ। ਹਾਂਜੀ, ਟੀਮ ਬੜੀ ਖੁਸ਼ ਸੀਗੀ, ਸਾਡੇ ਪਰਿਵਾਰ ਵੀ ਖੁਸ਼ ਹੋ ਗਏ। ਬਿਲਾ ਵੀ ਜਿਹੜੇ ਇਹ ਬੱਚੇ ਲੱਗੇ ਹੋ ਆ, ਨੱਠ ਵਜਾਈ ਤਾਂ ਮੁਫਤ ਵਿੱਚ ਕਰਨ ਲੱਗੇ ਹੋ ਆ, ਪਰ ਚਲੋ ਇਹ ਕਿਤੇ ਨਾ ਕਰਤਾ। ਪਰ ਮੇਰੇ ਡੈਡੀ ਹੁਣੀ ਨਾ, ਉਹਨਾਂ ਨੇ ਕਦੇ ਮੈਨੂੰ ਕਿਹਾ ਨਹੀਂ ਸੀ ਵੀ ਸ਼ਾਬਾਸ਼ ਪੁੱਤ। ਠੀਕ। ਉਹ ਸੋਚਦਾ ਸੀ ਵੀ ਕਿਤੇ ਮੇਰੇ ਪੁੱਤ ਦਾ ਦਿਮਾਗ ਨਾ ਖਰਾਬ ਹੋ ਜਾਵੇ। ਬਸ ਜੇ ਮੈਂ ਕੋਈ ਇੱਦਾਂ ਕੋਈ ਇਨਾਮ ਲਿਆ ਕੇ ਰੱਖ ਲੈਣਾ ਨਾ ਘਰ, ਮੈਂ ਦੱਸਦਾ ਨਹੀਂ ਹੁੰਦਾ ਸੀ, ਉੱਦਾਂ ਹੀ ਸ਼ਰਤ 'ਤੇ ਰੱਖ ਦੇਣਾ, ਹੈ ਨਾ। ਵੀ ਇੱਕ ਤਾਂ ਹੁੰਦਾ ਵੀ ਡੈਡੀ ਦੇਖ ਮੈਂ ਨਹੀਂ, ਇੱਦਾਂ ਦੀ ਪਹਿਲਾਂ ਤੋਂ ਹੀ ਨਾ ਉਹੀ ਢਾਂਚਾ ਜਾ ਇੱਦਾਂ ਜਿਹਾ ਰੱਖ ਦੇਣਾ। ਫਿਰ ਡੈਡੀ ਨੇ ਮੈਨੂੰ ਮਾੜੀ ਸਮਾਲ ਦੇ ਦੇਣੀ, ਇੱਦਾਂ ਮਾੜੀ ਜਿਹੀ ਖੁਸ਼ ਇੱਦਾਂ, ਇਹ ਤੋਂ ਵੱਧ ਨਹੀਂ। ਫਿਰ ਮੈਂ ਕਿਹਾ ਚਲੋ ਠੀਕ ਹੈ, ਜੇ ਡੈਡੀ ਨੇ ਸਮਾਲ ਕਰਤਾ ਇਹਦਾ ਮਤਲਬ ਖੁਸ਼ ਹੋ। ਤਾਂ ਪੜ੍ਹਾਈ ਵੀ ਨਾਲ ਕਰਦਾ ਰਿਹਾ ਭਾਜੀ, ਕਿਉਂਕਿ ਮੈਂ ਸਰਵਿਸ ਇੰਜੀਨੀਅਰਿੰਗ ਕੀਤੀ ਆ। ਮੈਂ ਫੋਰਮੈਨ ਸੀਗਾ ਇੰਜੀਨੀਅਰਿੰਗ ਕੰਪਨੀ ਦੇ ਵਿੱਚ, ਹਾਂਜੀ, ਡਿਪਲੋਮਾ ਅਪ੍ਰੈਂਟਿਸਸ਼ਿਪ ਕਰਕੇ ਫਿਰ ਫੋਰਮੈਨ ਦੀ ਜੋਬ ਵੀ। ਤਾਂ ਨਾਲ ਇਹ ਕਰਦਾ ਰਿਹਾ, ਕਿਉਂਕਿ ਪੈਸੇ ਤਾਂ ਸਾਨੂੰ ਕਮਾਉਣੇ ਪੈਣੇ ਸੀਗੇ। ਮੈਂ ਪਾਰਟ ਟਾਈਮ ਦੋ ਕੰਮ, ਆਪਣਾ ਕੰਮ ਛੱਡ ਕੇ ਪਾਰਟ ਟਾਈਮ ਕੰਮ ਵੀ ਕਰਦਾ ਰਿਹਾ, ਠੀਕ ਹੈ ਨਾ। ਵੀ ਆਪਣੇ ਪਿਤਾ ਜੀ ਨੂੰ ਖੁਸ਼ ਕਰਨ ਵਾਸਤੇ ਵੀ ਲੈ ਵੀ ਜੇ ਮੈਂ ਇਸ ਵਿੱਚ ਮੈਂ ਕੋਈ ਸਿਰ ਤੋਂ ਕਮਾ ਤਾਂ ਰਿਹਾ ਨਹੀਂ ਗਾ, ਪਰ ਮੈਂ ਪਾਰਟ ਟਾਈਮ ਜੋਬਾਂ ਕਰਕੇ ਤਾਂ ਉੱਥੋਂ ਮੈਂ 2 ਪੈਸੇ ਤਨਖਾਹ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅੱਛਾ, ਆਪਾਂ ਗੱਲ ਸ਼ੁਰੂ ਕੀਤੀ ਆ ਅਚੀਵਮੈਂਟ ਦੀ। ਹਾਂਜੀ, ਕਿਤੇ ਗੱਲਾਂ ਵਿੱਚ ਆਪਾਂ ਉਹ ਜਿਹੜਾ ਪਾਰਟ ਉਹ ਮਿਸ ਨਾ ਕਰ ਜਾਈਏ, ਕਿਉਂਕਿ ਜਿਹੜੇ ਤੁਹਾਡੇ ਆਹ ਜਿੰਨੀਆਂ ਟਰੋਫੀਆਂ ਆ, ਹਾਂਜੀ, ਕਿਉਂਕਿ ਇੱਕ ਮੈਂ ਤੁਹਾਨੂੰ ਸਪੈਸ਼ਲੀ ਤੌਰ 'ਤੇ ਸਲੂਟ ਕਰਦਾ ਕਾਂਸੀ ਟੀਵੀ ਵੱਲੋਂ, ਜਿਹੜਾ ਕਿਉਂਕਿ ਸਾਡੀ ਕੌਮ ਵਿੱਚ ਜਿਹੜੇ ਰਿਕਾਰਡ ਬਣਾਉਣ ਵਾਲੇ ਵਰਲਡ ਰਿਕਾਰਡ ਦਾ ਜਿਹੜਾ ਬਣਨਾ, ਇਹ ਬਹੁਤ ਵੱਡੀ ਗੱਲ ਆ। ਔਰ ਗੁਰਚਰਨ ਮਾਨ ਨੇ ਇਹ ਕੌਮ ਲਈ ਸੱਚ ਕਰਕੇ ਦਿਖਾ ਲਿਆ, ਔਰ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ ਇਸ ਅਚੀਵਮੈਂਟ ਦਾ। ਅਤੇ ਮੈਂ ਚਾਹੁੰਦਾ ਕਿ ਅਗਰ ਤੁਸੀਂ ਇਕੱਲੇ ਇਨਾਮ ਦੇ ਬਾਰੇ 'ਚ ਠੀਕ ਆ ਆਪ ਇੱਕ ਤੁਸੀਂ ਖੜ੍ਹ ਕੇ ਦੱਸ ਦਿਓ, ਠੀਕ ਆ, ਅਤੇ ਵਧੀਆ ਰਹੂਗਾ, ਕਿਉਂਕਿ ਜੇ ਮੈਂ ਪੜ੍ਹਨ ਲੱਗਾ ਤਾਂ ਮੈਨੂੰ ਬਹੁਤ ਟਾਈਮ ਲੱਗ ਜਾਣਾ, ਆਪਣੇ ਕੋਲ ਘੰਟਾ ਇੱਕ ਹੀ ਹੁੰਦਾ। ਓਕੇ, ਮੈਂ ਸਾਰੇ ਸੱਜਣ ਮਿੱਤਰਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੱਚੇ ਤਾਂ ਬੱਚੀਆਂ ਨੂੰ ਛੇਤੀ ਜਾਣ ਕੇ ਦੱਸਦਾ। ਜਿੱਦਾਂ ਬਈ ਜਿਹੜੀ ਸਾਡੀ ਹੋਰ ਪਹਿਲੀ ਸੀਗੀ, ਇਹ ਪਹਿਲਾਂ ਸਾਨੂੰ ਭਾਜੀ ਤੁਹਾਨੂੰ ਵੀ ਚੇਤਾ ਆਇਆ ਵੀ ਇਹ ਇੱਦਾਂ ਸ਼ੀਲਡਾਂ ਮਿਲਦੀਆਂ ਹੁੰਦੀਆਂ ਸੀਗੀਆਂ। ਉਹ ਤੋਂ ਬਾਅਦ ਫਿਰ ਹਰੇਕ ਸਾਲ ਹੋਰ ਕਿਸੇ ਗਰੁੱਪ ਨੂੰ ਜਾਂਦੀ ਹੁੰਦੀ ਸੀਗੀ। ਇਹ ਸਾਡੇ ਨਿਦਾਨ ਗਰੁੱਪ ਨੂੰ ਇਹ ਜਾਣੀ ਕਿ ਅਵਾਰਡ ਮਿਲੀ ਸੀਗੀ। ਤਾਂ ਉਹਦੇ ਵਿੱਚ ਫਿਰ ਅਸੀਂ ਆਹ ਦੇਖੋ ਭਾਜੀ, ਬਈ ਆਹ ਬਹੁਤ ਬੜੀ ਭਾਰੀ ਚੱਕੀ ਪਹਿਲਾਂ ਇਹ ਅਸੀਂ ਤਾਂ ਇਹ ਭਾਜੀ ਅਸੀਂ ਸ਼ਿਕਾਗੋ ਅਮਰੀਕਾ ਵਿੱਚ ਜਾ ਕੇ, ਮੇਰੀ ਭੰਗੜੇ ਦੀ ਟੀਮ ਨੱਚਦਾ ਸੰਸਾਰ, ਠੀਕ ਹੈ, ਅਸੀਂ ਇਹ ਸਾਡਾ ਦੂਜਾ ਸਾਲ ਸੀ ਜਿਹੜਾ ਕਿ ਅਸੀਂ ਸੈਕੰਡ ਈਅਰ ਰਨਿੰਗ। ਇੱਕ ਸਾਲ ਪਹਿਲਾਂ ਵੀ ਜਿੱਤਿਆ ਸੀਗੇ, ਤਾਂ ਉਹ ਤੋਂ ਸੈਕੰਡ ਈਅਰ ਜਿੱਤ ਕੇ ਆਏ ਆ। ਤਾਂ ਇਹ ਉਹ ਆ। ਤਾਂ ਬਾਕੀ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਭਾਜੀ, ਹੁਣ ਮੈਂ ਐਨਕਾਂ ਲਾ ਲਵਾਂ ਕਿ ਕੋਈ ਪੜ੍ਹਨ ਦੀ ਜ਼ਰੂਰਤ ਪੈਣੀ ਆ। ਹਾਂਜੀ, ਜਿਹੜੀ ਆ ਸੀਗੀ ਇਹ ਮੇਰੇ ਵੀਰ, ਇਹ ਹੈਗੀ ਆ ਐਂਬਰ ਰੇਡੀਓ ਵੱਲੋਂ ਇਹ ਲਾਈਫ ਟਾਈਮ
Achievement. ਅਚੀਵਮੈਂਟ ਅਵਾਰਡ। ਠੀਕ ਹੈ। ਭਾਜੀ ਮੈਂ ਇੱਕੋ ਹੀ ਕਲਾਕਾਰ ਹਾਂ ਜਿਹਦੇ ਵਿੱਚ 8 ਲਾਈਫ ਟਾਈਮ ਅਚੀਵਮੈਂਟ, ਮੈਂ ਵਾਹ ਜੀ। ਇੱਥੇ 2 ਤਾਂ ਨਹੀਂ ਲਿਆਂਦੀਆਂ ਆ। ਹਾਂਜੀ, ਇੱਕ ਤਾਂ ਇਹ ਹੋ ਗਈ, ਤਾਂ ਇੱਕ ਆ ਦੇਖੋ ਭਾਜੀ, ਇਹ ਨਾਨ ਏਸ਼ੀਅਨ ਆਰਗੇਨਾਈਜੇਸ਼ਨ ਆ, ਓਕੇ, ਆਪਣੇ ਇੰਡੀਅਨਾਂ ਦੀ ਨਹੀਂ, ਇਹ ਉਹਨਾਂ ਦਾ ਫੀਨਿਕਸ ਅਵਾਰਡਸ ਹੁੰਦੀ ਆ। ਠੀਕ ਹੈ। ਹਾਂਜੀ, ਅਫਰੀਕਾ ਤੋਂ ਆਏ ਹੋ ਆ, ਉਹਨਾਂ ਨੇ ਅਫਰੀਕਾ ਦਾ ਨਾਈਜੀਰੀਆ ਦਾ ਕਿੰਗ ਲਿਆਂਦਾ ਸੀ ਉਦੋਂ ਵਾਹ ਜੀ ਵਾਹ, ਟੂ ਪ੍ਰੈਜ਼ੈਂਟ ਦਿਸ ਅਵਾਰਡ। ਇਹ ਵੀ ਭਾਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਆ। ਵਾਹ ਜੀ ਵਾਹ, ਬਹੁਤ ਹਾਂਜੀ, ਤਾਂ ਫਿਰ ਜਿਹੜੀ ਇਹ ਆਹ ਆ, ਇਹ ਆਪਣੇ ਸਾਰਿਆਂ ਦੇ ਉਸਤਾਦ ਜੀ ਲਾਲ ਚੰਦ ਜਮਲਾ ਜੱਟ ਜੀ ਦੀ ਵਰਸੀ ਹੁੰਦੀ ਸੀਗੀ, ਉਹਦੇ ਵਿੱਚ ਹੋਰ ਵੀ ਅਵਾਰਡ ਬਹੁਤ ਮਿਲੇ ਸੀ, ਤਾਂ ਉਹਨਾਂ ਨੇ ਵੀ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੀ ਸੀਗੀ। ਵੈਰੀ ਨਾਈਸ। ਲਾਲ ਚੰਦ ਜਮਲਾ ਜੱਟ ਜੀ ਦੀ ਵਰਸੀ ਦੇ ਉੱਤੇ। ਹਾਂਜੀ, ਤਾਂ ਇੱਕ ਹੋਰ ਖੂਬੀ ਦੀ ਬਹੁਤ ਗੱਲ ਆ ਜਿਹੜੀ ਕਿ ਸਾਨੂੰ ਸਾਰਿਆਂ ਨੂੰ, ਇਕੱਲੀ ਸਾਡੀ ਕਮਿਊਨਿਟੀ ਨੂੰ ਪਰ ਸਾਰੀ ਆਪਣੇ ਪੰਜਾਬੀਆਂ ਨੂੰ ਤਾਂ ਹਿੰਦੁਸਤਾਨੀਆਂ ਨੂੰ ਫਖਰ ਦੀ ਗੱਲ ਆ ਭਾਜੀ। ਜਿਹੜਾ 2 ਚੈਨਲ ਆ ਜਿਹੜੇ ਕਿ ਆਪਾਂ ਨੂੰ ਪਤਾ, ਪਰ ਜਿਹਨਾਂ ਨੂੰ ਨਹੀਂ ਪਤਾ, ਇੱਥੇ ਇੰਗਲੈਂਡ ਦੇ ਇੱਕ BBC ਆ, BBC 1 ਐਂਡ ITV। ਦੇ ਆਰ ਦ ਬਿਗੇਸਟ TV ਸਟੇਸ਼ਨ। ITV ਵਾਲਿਆਂ ਨੇ ਮੈਨੂੰ ਦਿੱਤਾ ਸੀਗਾ, ਉੱਤੇ ਲਿਖਿਆ ਆ ਇਹ ਗੁਰਚਰਨ ਮਾਲ ਫੋਰ ਦਿਖਾ ਬਈ ਸਪੈਸ਼ਲ ਆਰਟਸ ਲੀਡਰਸ਼ਿਪ ਮਿਡਲੈਂਡ ਆਫ ਈਅਰ ਅਵਾਰਡ। ਬਹੁਤ ਬੜੀ ਗੱਲ ਆ, ਇੱਕ ਏਸ਼ੀਅਨ ਨੂੰ ਕੋਰੇ ਜਾਣੀ ਕਿ ਨਾਨ ਏਸ਼ੀਅਨ ਜਾਣੀ ਕਿ ਐਡੇ ਬੜੇ ਚੈਨਲ ਉਹ ਰੈਕਗਨਾਈਜ਼ ਕਰਨ, ਆਰਟਸ ਲੀਡਰਸ਼ਿਪ ਮਿਡਲੈਂਡ ਆਫ ਈਅਰ, ਆਰਟ ਦੇ ਵਿੱਚੋਂ ਲੀਡਰਸ਼ਿਪ। ਹਾਂਜੀ, ਇਹ ਹੋ ਗਈ। ਤਾਂ ਬਾਕੀ ਇੱਧਰਲੇ ਪਾਸੇ ਆਪਾਂ ਜਾਂਦੇ ਹਾਂ, ਆ ਮੇਰੇ ਵੀਰ ਬੜੀ ਫਖਰ ਦੀ ਆਪਾਂ ਨੂੰ ਸਾਰਿਆਂ ਨੂੰ ਗੱਲ ਆ। ਇਹ ਇੱਦਾਂ ਫਖਰ ਦੀ ਗੱਲ ਤਾਂ ਮੈਂ ਕਹਿੰਦਾ ਬਈ ਜਿੱਥੇ ਅਸੀਂ ਜਨਮ ਲਿਆ ਸੀ, NRI, ਇਹ NRI, ਹਾਂਜੀ, ਬਈ ਜਿੱਥੇ ਅਸੀਂ ਜਨਮ ਲਿਆ ਸੀ ਉਹ ਮੁਲਕ ਸਾਨੂੰ ਸੱਦੇ। ਹਾਂਜੀ ਹਾਂਜੀ, ਬਈ ਭਾਰਤ ਪ੍ਰਵੇਸ਼ੀ ਦਿਵਸ ਅਵਾਰਡ। ਠੀਕ ਹੈ, ਠੀਕ। ਉੱਥੇ ਦਿੱਲੀ ਦੇ ਵਿੱਚ ਇਹ ਬਹੁਤ ਬੜੀ ਅਵਾਰਡ ਹੋਈ ਸੀਗੀ, ਤਾਂ ਉਹਦੇ ਵਿੱਚੋਂ ਇੱਥੋਂ ਇੰਗਲੈਂਡ ਵਿੱਚੋਂ ਜਾ ਕੇ ਤਾਂ ਵੀ ਉਹਨਾਂ ਨੇ ਦੱਸਿਆ ਵੀ ਬਾਹਰ ਇੰਡੀਆ ਤੋਂ ਜਾ ਕੇ ਜਿਨ੍ਹਾਂ ਨੇ ਕਾਬਲੀਅਤ ਕੋਈ ਜਾਣੀ ਕਿ ਮੋਰਚੇ ਮਾਰੇ ਆ, ਉਹਨਾਂ ਦੀ ਅਵਾਰਡ ਆ, ਅਪਰੀਸ਼ੀਏਸ਼ਨ। ਹਾਂਜੀ, ਤਾਂ ਫਿਰ ਇਹ ਜਿਹਨਾਂ ਨੂੰ ਪਤਾ ਇਹ ਬਹੁਤ ਬੜੀ ਅਵਾਰਡ ਆ। ਤਾਂ ਜਿਹੜੀ ਆ ਅਸੀਂ ਪਿਛਲੇ ਸਾਲ ਵਰਲਡ ਰਿਕਾਰਡ ਕੀਤਾ ਸੀ, ਉਹ ਮੈਂ ਤੁਹਾਨੂੰ ਦੱਸਦਾ ਆ। ਤਾਂ ਉਹ ਤੋਂ ਬਾਅਦ ਉੱਥੇ ਦੀ ਬਹੁਤ ਬੜੀ ਆਰਗੇਨਾਈਜੇਸ਼ਨ ਆ, ਜੋਗਿੰਦਰ ਸਿੰਘ ਜੋਗੀ ਭਾਜੀ ਹੁਣੀ ਉਹਨਾਂ ਦੇ ਇੰਚਾਰਜ ਆ। ਉਹ ਹੈਗਾ ਪੰਜਾਬੀ ਯੂਥ ਕਲੱਬ ਆਰਗੇਨਾਈਜੇਸ਼ਨ ਆਪਣੇ ਜਲੰਧਰ ਤੋਂ। ਉਹਨਾਂ ਨੇ ਵੀ ਮੈਨੂੰ ਬਈ 52 ਸਾਲ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੀ। ਵਾਹ ਜੀ ਵਾਹ, ਕੀ ਬਾਤ। ਤਾਂ ਜਿਹੜੀ ਆ ਹੈਗੀ ਆ, ਇਹ ਆਪਣੇ ਪੰਜਾਬੀ ਆਰਟਸ ਕਾਉਂਸਲ UK, ਠੀਕ, ਤਾਂ ਪਲੱਸ ਸਾਹਿਬ ਸੇਵਾ ਵਾਲਿਆਂ ਨੇ ਉਹਨਾਂ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੀ। ਵਾਹ ਜੀ ਵਾਹ। ਤਾਂ ਫਿਰ ਇੱਥੇ ਆਪਣੇ ਬ੍ਰਿਟ ਏਸ਼ੀਆ ਜਿਹੜਾ ਕਿ ਸਾਰਿਆਂ ਤੋਂ ਬੜਾ ਟੈਲੀਵਿਜ਼ਨ ਸਟੇਸ਼ਨ ਆ ਬ੍ਰਿਟ ਏਸ਼ੀਆ, ਉਹਨਾਂ ਨੇ ਪਹਿਲਾਂ ਇਕੱਲੀ ਬ੍ਰਿਟ ਏਸ਼ੀਆ ਅਵਾਰਡ ਕਰ ਦਿੰਦੇ ਸੀ, ਫਿਰ ਉਹਨਾਂ ਨੇ ਵਰਲਡ ਦੀ ਪਹਿਲੀ ਅਵਾਰਡ ਕੀਤੀ ਸੀ। ਵਰਲਡ ਦੇ ਵਿੱਚੋਂ ਜਿਹੜਾ ਉਹਨਾਂ ਨੇ ਫਿਰ ਚੂਜ਼ ਕੀਤਾ ਲਾਈਫ ਟਾਈਮ ਅਚੀਵਮੈਂਟ ਅਵਾਰਡ, ਉਹ ਤੁਹਾਡੇ ਭਰਾ ਨੂੰ ਦਿੱਤਾ। ਬ੍ਰਿਟ ਏਸ਼ੀਆ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਇਨ 2015। ਹਾਂਜੀ, ਤਾਂ ਜਿਹੜੀ ਆਹ ਮੋਹਰੇ ਮੇਰੇ ਵੀਰ ਪਈ ਆ ਆਹ ਚੀਜ਼, ਹਾਂਜੀ, ਮੈਂ 2 ਆਰਗੇਨਾਈਜੇਸ਼ਨਾਂ ਦਾ ਜਿਹੜੇ ਬਾਕੀ ਦੇ ਵਰਲਡ ਰਿਕਾਰਡ ਮੈਂ ਕੀਤੇ ਆ, ਉਹ ਮੈਂ ਤੁਹਾਨੂੰ ਦੱਸਦਾ, ਉਹ ਮੈਂ ਆਪਣੇ ਨਾਂ 'ਤੇ ਅੰਡਰ ਕੀਤੇ ਆ। ਠੀਕ ਹੈ। ਤਾਂ ਇਹ ਸੀਗਾ ਆਪਣੇ ਮੇਰੇ ਵੀਰ ਵਿਨੀ ਤਾਂ ਬਿੰਦੀ ਇੰਚਾਰਜ ਸੀਗੇ, ਤਾਂ ਮੈਂ ਉਹਨਾਂ ਦੀ ਹੈਲਪ ਕੀਤੀ ਆ। ਠੀਕ ਹੈ। ਅਸੀਂ ਪਹਿਲਾ ਪੰਜਾਬੀਆਂ ਦਾ ਵਰਲਡ ਰਿਕਾਰਡ ਅਸੀਂ ਕੀਤਾ ਸੀ 1999 ਦੇ ਵਿੱਚ, ਜਦੋਂ ਖਾਲਸੇ ਦਾ 300 ਸਾਲ ਹੋਇਆ। ਠੀਕ ਹੈ। ਅਸੀਂ ਇੱਥੇ ਇੰਗਲੈਂਡ ਵਿੱਚ ਛੋਟੇ ਜਿਹੇ ਮੁਲਕ ਦੇ ਵਿੱਚ, ਜਿਹੜੇ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਵਿੱਚ ਨਹੀਂ ਕੀਤਾ, ਅਸੀਂ ਇੱਥੇ ਇੰਗਲੈਂਡ ਦੇ ਵਿੱਚ 1999 ਦੇ ਵਿੱਚ 315 ਟੋਲੀ ਕੀਤੇ, ਤਾਂ ਆਪਣੇ ਖਾਲਸੇ ਦੇ ਜਨਮ 'ਤੇ। ਠੀਕ। ਫਿਰ ਮੇਰੇ ਵੀਰ ਜਿੱਦਾਂ ਕਹਿੰਦੇ ਆ ਵੀ ਮੈਂ ਐਜੂਕੇਸ਼ਨ ਵਾਸਤੇ ਬਹੁਤ ਕੰਮ ਕੀਤਾ ਆ। ਠੀਕ ਹੈ। ਅੱਛਾ, ਤੁਸੀਂ ਭੁੱਲ ਗਏ ਆਹ ਇੱਕ ਡੱਬੀ ਪਈ ਆ ਇਹ। ਅੱਛਾ, ਉਹ ਪਹਿਲਾਂ ਮੈਂ ਇਹ ਬਾਅਦ ਵਿੱਚ ਦੱਸਦਾ ਆ, ਜਿਹੜੇ ਵੀ ਉਹ ਆਪਾਂ ਵਰਲਡ ਰਿਕਾਰਡ ਕੀਤੇ ਸੀਗੇ। ਹਾਂਜੀ, ਜਦੋਂ ਉਹ ਕੀਤਾ ਸੀ ਪਹਿਲਾਂ, ਉਹ ਤੋਂ ਬਾਅਦ ਫਿਰ ਮੈਂ ਆਪਣੇ ਨਾਂ ਦੇ ਉੱਤੇ
ਪਹਿਲਾਂ ਗਿਨੀਸ ਵਰਲਡ ਬੁੱਕ ਆਫ ਰਿਕਾਰਡ, ਪਹਿਲਾਂ ਅਸੀਂ 315 ਢੋਲੀ ਕੀਤੇ ਸੀ, ਫਿਰ ਤੁਹਾਡੇ ਛੋਟੇ ਵੀਰ ਨੇ 632 ਢੋਲੀ ਇੰਗਲੈਂਡ ਦੇ ਵਿੱਚ, ਠੀਕ 632 ਵਰਲਡ ਰਿਕਾਰਡ ਕਰਕੇ ਤਾਂ ਇਹ ਅਚੀਵਮੈਂਟ ਕੀਤੀ। ਉਸ ਤੋਂ ਬਾਅਦ ਫਿਰ ਕਿਉਂਕਿ ਮੈਂ ਟਿਕਦਾ ਨਹੀਂ ਗਾ, ਫਿਰ ਇੰਡੀਆ ਦੇ ਵਿੱਚ ਜਾ ਕੇ ਠੀਕ ਪਿਛਲੇ ਤੋਂ ਪਿਛਲੇ ਸਾਲ 2018 ਨਵੰਬਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਜਾ ਕੇ ਆਪਾਂ ਭੰਗੜੇ ਦਾ ਵਰਲਡ ਰਿਕਾਰਡ ਕੀਤਾ ਸੀ। ਪਹਿਲਾ ਭੰਗੜੇ ਦਾ ਵਰਲਡ ਰਿਕਾਰਡ ਸੀ 2167, ਤਾਂ ਆਪਾਂ ਉੱਥੇ ਕਰਕੇ ਆਏ ਹਾਂ 4411, ਜਾਣੀ ਕਿ ਜਿੰਨੇ ਵੀ ਮੈਂ ਆਪਣੇ ਨਾਂ 'ਤੇ ਕੰਮ ਕੀਤੇ ਜਿਹੜਾ ਰਿਕਾਰਡ ਸੀ ਉਹ ਤੋਂ ਦੁੱਗਣੇ ਤੋਂ ਕਰਕੇ ਦਿਖਾ ਰਿਹਾ। ਹਾਂਜੀ, ਫਿਰ ਜਿਹੜੀ ਕਿ ਬਈ ਜਿੱਦਾਂ ਭਾਜੀ ਤੁਸੀਂ ਕਹਿੰਦੇ ਨਾ ਵੀ ਢੋਲ ਦੀ ਗੱਲਬਾਤ ਆ, ਬਈ ਇੱਕ ਆਦਮੀ ਨੇ ਇੰਨੀ ਮਿਹਨਤ ਕੀਤੀ 52 ਸਾਲ, ਹਾਂਜੀ 68 ਤੋਂ ਲੈ ਕੇ ਹੁਣ ਤੱਕ, ਬਈ ਵੱਖਰੇ ਲੈਵਲ 'ਤੇ ਢੋਲ ਨੂੰ, ਕਿਉਂਕਿ ਪਹਿਲੇ ਢੋਲੀ ਸਾਰੇ ਖੜ ਕੇ ਵਜਾਉਂਦੇ ਹੁੰਦੇ ਸੀਗੇ। ਠੀਕ ਭੰਗੜੇ ਟੀਮ ਨੂੰ ਉਹਨਾਂ ਨੇ ਕੋਚ ਵੀ ਕਰਨਾ, ਤਾਂ ਉਹਨਾਂ ਨੇ ਸਾਰਾ ਢੋਲ ਵੀ ਵਜਾਉਣਾ, ਤਾਂ ਬੜੀ ਮਿਹਨਤ ਕਰਨੀ, ਪਰ ਬਹੁਤਾ ਕ੍ਰੈਡਿਟ ਮਿਲਦਾ ਉਹਨਾਂ ਨੂੰ ਮਾਣ ਨਹੀਂ ਮਿਲਿਆ ਜਿਹੜਾ ਵਾਟ ਦੇ ਡਿਜ਼ਰਵਡ। ਹਾਂ, ਫਿਰ ਮੈਂ ਕਿਹਾ ਯਾਰ ਜੇ ਮੈਂ ਢੋਲ ਵਜਾਉਣਾ, ਇੱਕ ਤਾਂ ਮੇਰੇ ਘਰ ਦੇ ਗੁੱਸੇ ਹੁੰਦੇ ਵੀ ਤੂੰ ਖਾਤੇ ਕੰਮ ਕਰਨ ਲੱਗਾ ਆ ਡਰ ਡਰ ਕੇ, ਫਿਰ ਮੈਂ ਕਿਹਾ ਕੋਈ ਕ੍ਰੀਏਸ਼ਨ ਵੱਖਰੀ ਕਰ। ਫਿਰ ਮੈਂ 10-11 ਕਿਲੋ ਦਾ ਢੋਲ ਪਾ ਕੇ ਵਿੱਚੇ ਨੱਟਣਾ, ਵਿੱਚੇ ਪੁੱਠਾ ਸਿੱਧਾ ਹੋਣਾ। ਤਾਂ ਹੁਣ ਸਾਡੇ ਭਰਾ ਨੂੰ ਮਾਰਚ ਦੇ ਵਿੱਚ ਠੀਕ ਵਰਲਡ ਬੁੱਕ ਆਫ ਰਿਕਾਰਡਸ ਵਾਲਿਆਂ ਨੇ ਰੈਕਗਨਾਈਜ਼ ਕੀਤਾ ਬਈ ਫਸਟ introducing ਢੋਲ ਡਰਮ ਐਂਡ ਮੇਕਿੰਗ ਢੋਲ ਡਰਮ ਪਪੂਲਰ। ਇੱਕ ਆਦਮੀ ਨੇ ਦੁਨੀਆ ਦੇ ਵਿੱਚ ਨਾਲੇ ਢੋਲ ਨੂੰ ਇੰਟਰੋਡਿਊਸ ਕੀਤਾ ਤਾਂ ਨਾਲੇ ਉਹਨੂੰ ਪਪੂਲਰ ਕੀਤਾ। ਇਹ ਸਰਟੀਫਿਕੇਟ ਤੇ 2 ਟਾਈਟਲ ਆ ਜਿਹੜੇ ਕਿ ਦੇਖੋ, ਮੈਂ ਬਾਹਰਲੇ ਮੁਲਕਾਂ, ਮੈਂ ਪਹਿਲਾਂ UK ਵਿੱਚ ਟੀਚਰ ਹਾਂ ਜਿਹੜਾ ਕਿ ਨਾਨ ਏਸ਼ੀਅਨ ਬੱਚਿਆਂ ਨੂੰ ਢੋਲ ਸ਼ੁਰੂ ਕੀਤਾ ਕਲਾਸਾਂ। ਠੀਕ ਹੈ ਜੀ, ਪਹਿਲਾਂ ਭੰਗੜੇ ਦੀਆਂ ਅਸੀਂ, ਮੈਂ ਤਾਂ ਭਾਈ ਸਤਨਾਮ ਪੁੰਨਰ ਨੇ, ਅਸੀਂ ਪਹਿਲੇ ਮਿਡਲੈਂਡ ਦੇ ਵਿੱਚ ਆ ਜਿਨ੍ਹਾਂ ਨੇ ਭੰਗੜੇ ਦੀਆਂ ਕਲਾਸਾਂ ਸਕੂਲਾਂ ਦੇ ਵਿੱਚ ਜਾ ਕੇ ਟੀਚ ਕਰਨ ਲੱਗੇ। ਠੀਕ ਉਹ ਤੋਂ ਬਾਅਦ ਫਿਰ ਮੈਂ ਪਹਿਲਾ UK ਵਿੱਚ ਟੀਚਰ ਹਾਂ ਜਿਹੜਾ ਕਿ ਢੋਲ ਜਾ ਕੇ ਇੰਗਲਿਸ਼ ਸਕੂਲਾਂ ਦੇ ਵਿੱਚ ਜਾ ਕੇ ਟੀਚ ਕਰਨ ਲੱਗੇ। ਹੈ ਜੀ, ਤਾਂ ਇਹ ਓਟ ਸੀਗੀ। ਤਾਂ ਕਿਉਂਕਿ ਜਿਹੜੇ ਬਾਕੀ ਦੇ ਰੈਕੋਰਡ ਉਹ ਟੁੱਟ ਸਕਦੇ, ਪਰ ਜਿਹੜਾ ਆਹ ਰੈਕੋਰਡ ਆ ਇਹ ਟੁੱਟਣੀ, ਕਿਉਂਕਿ ਜੇ ਕਿਸੇ ਨੇ ਇੰਟਰੋਡਿਊਸ ਕਰਤਾ, ਉਹਨੂੰ ਪਪੂਲਰ ਕਰਤਾ, ਉਹ ਤੋਂ ਬਾਅਦ ਹੋਰ ਕੌਣ ਕਹਿ ਸਕਦਾ ਹੈ। ਹੈ ਜੀ, ਤਾਂ ਜਿਹੜੀ ਹਾਲੇ ਜਿਹਦੀ ਪ੍ਰੈਜੈਂਟੇਸ਼ਨ ਹਾਲੇ ਹੋਈ ਨਹੀਂ ਗੀ, ਉਹ ਮੇਰੇ ਵੀਰ ਉਹ ਸਰਟੀਫਿਕੇਟ ਆ। ਠੀਕ ਹੈ, ਕਿਉਂਕਿ ਜੇ UK ਵਿੱਚ ਕਿਸੇ ਨੇ ਢੋਲ ਸਿਖਾਉਣਾ ਸ਼ੁਰੂ ਕੀਤਾ, ਵਾਹਿਗੁਰੂ ਦੀ ਕਿਰਪਾ ਦੇ ਨੇ ਉਹ ਮੈਂ ਹਾਂ। ਠੀਕ ਹੈ, ਫਿਰ ਜੇ ਢੋਲਾਂ ਦੀ ਟੀਮ ਸ਼ੁਰੂ ਕੀਤੀ ਆ ਉਹ ਵੀ ਤੁਸੀਂ ਆ, ਤਾਂ ਕੁੜੀਆਂ ਮੁੰਡਿਆਂ ਦੀ, ਪਹਿਲਾਂ ਮੈਂ ਕੁੜੀਆਂ ਮੁੰਡਿਆਂ ਨੂੰ ਸਿਖਾ ਲਿਆ, ਫਿਰ ਮੈਂ ਉਹਨਾਂ ਨੂੰ ਟੀਮ ਵਿੱਚ ਲੈ ਕੇ ਆਂਦਾ। ਹੁਣ ਆਪਾਂ ਨੂੰ ਭਾਜੀ ਸਤੰਬਰ ਦੇ ਵਿੱਚ ਵਰਲਡ ਬੁੱਕ ਆਫ ਰਿਕਾਰਡ ਵਾਲਿਆਂ ਨੇ ਰੈਕਗਨਾਈਜ਼ ਕੀਤਾ ਵੀ ਫਸਟ oldest and the biggest male and female ਢੋਲ team in the world, King Gurcharan Mal's ਢੋਲ ਬਲਾਸਟਰਸ। ਤਾਂ ਇਹਦਾ ਹਾਲੇ ਸਰਟੀਫਿਕੇਟ ਜਿੱਦਾਂ ਆਪ ਫਰੇਮ ਵਿੱਚ ਆਏ ਆ, ਇਹ ਵੀ ਹਾਲੇ ਕਿਉਂਕਿ ਲੋਕਡਾਊਨ ਕਰਕੇ ਨਾ ਇਹਦੀ ਪ੍ਰੈਜੈਂਟੇਸ਼ਨ ਅਸੀਂ ਨਹੀਂ ਕਰਾ ਸਕਦੇ। ਤਾਂ ਹੋਰ ਮੇਰੇ ਵੀਰ ਜਿਹੜਾ ਕਿ ਮੈਂ ਦੱਸਣਾ ਚਾਹੁੰਦਾ ਆ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ, ਬਈ ਉਹਦੇ ਵਿੱਚ ਰੱਖ ਦਿਓ ਨਹੀਂ ਕੋਈ, ਅੱਛਾ ਉਹ ਇਹ ਆ ਕਿ ਲੋਕਾਂ ਦੀ ਨਿਗਾਹ ਵਿੱਚ ਮੈਂ ਆਪਣੇ ਆਪ ਨੂੰ ਪੋਰਟਰੇ ਕੀਤਾ ਵੀ ਢੋਲੀ, ਬਟ ਢੋਲ ਦੇ ਨਾਲ ਭਾਜੀ ਆਈ ਹੈਵ ਡਨ ਦ ਬਿਗੇਸਟ ਕੋਲੈਬੋਰੇਸ਼ਨ। ਠੀਕ ਹੈ, ਮੈਂ ਮਿਊਜ਼ਿਕ ਵੀ ਪ੍ਰੋਡਿਊਸ ਕਰਦਾ, ਮੈਂ ਗੀਤ ਵੀ ਲਿਖਦਾ ਆ, ਮਾੜਾ ਮੋਟਾ ਗਾਉਂਦਾ ਵੀ ਆ। ਹਾਂਜੀ, ਭੰਗੜੇ ਦੀਆਂ ਟੀਮਾਂ ਨੂੰ ਭਾਈ ਸਾਰਿਆਂ ਤੋਂ ਜ਼ਿਆਦਾ ਇੰਗਲੈਂਡ ਦੇ ਵਿੱਚ ਮੈਂ ਕੋਚਿੰਗ ਕੀਤੀ ਆ। ਤਿਰੰਗਾ ਗਰੁੱਪ ਤੋਂ ਸ਼ੁਰੂ ਕਰਕੇ, ਜਦ ਪਹਿਲਾਂ ਰੰਗਕਾਰੀ ਮਿਸ਼ਨ ਸ਼ੁਰੂ ਕਰਕੇ, ਫਿਰ ਤਿਰੰਗਾ ਗਰੁੱਪ, ਫਿਰ ਨੱਚਦੇ ਹੱਸਦੇ ਮੈਂ ਬਣਾਏ, ਨੱਚਦਾ ਸੰਸਾਰ, ਢੋਲ ਬਲਾਸਟ, ਹੋਰਨਾਂ ਟੀਮਾਂ ਨੂੰ ਕੋਚਿੰਗ, ਗਿੱਧੇ ਦੀ ਟੀਮਾਂ ਨੂੰ ਕੋਚਿੰਗ ਕਰਦਾ ਰਿਹਾ। ਪਰ ਮੈਂ ਆਪਣੇ ਆਪ ਨੂੰ ਫੇਰ ਵੀ ਢੋਲੀ ਕਹਾਇਆ। ਮੈਂ ਕਿਹਾ ਮੈਂ ਜਿਹੜਾ ਢੋਲ ਜਿਹੜੇ ਟਾਈਟਲ ਤੋਂ ਸ਼ੁਰੂ ਹੋਇਆ ਸੀ ਵੀ ਮੈਂ ਉਹ ਨਹੀਂ ਚੇਤਾ ਭੁਲਾਉਣਾ। ਭਾਜੀ ਆਹ ਹੈਗੀ ਸੀ, ਇਟ ਵਾਜ਼ ਦ ਬਿਗੇਸਟ ਕੋਲੈਬੋਰੇਸ਼ਨ ਦੁਨੀਆ ਦੇ ਵਿੱਚ, ਵੀ ਕਲਾਕਾਰ ਇਕੱਠੇ ਕਰਕੇ। ਇਹ ਪਹਿਲੀ ਭਾਜੀ ਐਲਬਮ ਸੀਗੀ ਢੋਲ ਬਲਾਸਟ, ਜਿਹੜੀ ਕਿ ਦੇਸੀ ਤਰੀਕੇ ਦੇ ਨਾਲ ਠੀਕ ਹੈ ਇਹਨੂੰ ਰੀਮਿਕਸ ਕੀਤਾ, ਕਿਉਂਕਿ ਮੈਨੂੰ ਆਈਡੀਆ ਆਇਆ ਸੀ ਵੀ ਅਸੀਂ ਭੰਗੜੇ ਦੇ ਵਿੱਚ ਸਰ ਟੋਟਾ ਹੀ ਪਾਉਂਦੇ ਹਾਂ, ਜਿਹੜੀ ਅਸਤਾਈ ਹੁੰਦੀ ਨਾ, ਕਿਉਂਕਿ ਉਹੀ ਲੋਕਾਂ ਦੇ ਮੂੰਹ 'ਤੇ ਚੜੀ ਹੁੰਦੀ ਆ, ਉਹ ਮੇਰੇ ਦਿਮਾਗ ਵਿੱਚ ਸੀ। ਉਹੀ ਚੀਜ਼ ਫਿਰ ਅਸੀਂ ਇਹਦੇ ਵਿੱਚ ਕੀਤੀ, ਬਹੁਤ ਬੜੇ ਬੜੇ ਕਲਾਕਾਰਾਂ ਨੇ ਹਿੱਸਾ ਪਾਇਆ, ਕੋਲੈਬੋਰੇਸ਼ਨ ਇਹ ਕੀਤੀ ਸੀ ਢੋਲ ਬਲਾਸਟ। ਸੋ ਬੜੇ ਬੜੇ ਟਾਈਟਲ ਜਾਣੀ ਕਿ ਕੀਤੇ ਆ। ਨਾਲੇ ਬਈ ਇਹ ਆ ਭਾਜੀ, ਬਈ ਜਿੱਦਾਂ ਕਹਿੰਦੇ ਆ ਬਈ ਕੱਲਾ ਮੈਂ
ਦੂਸਰਾ ਨਹੀਂ, ਮੈਂ ਭਾਜੀ 2 ਇੱਕ ਭੰਗੜੇ ਤੇ ਬੁੱਕ ਲਿਖੀ ਆ, ਠੀਕ, ਇੱਕ ਢੋਲ ਤੇ ਬੁੱਕ ਲਿਖੀ ਆ। ਫਿਰ ਮੈਂ 2 ਐਜੂਕੇਸ਼ਨਲ DVD ਬਣਾਈਆਂ ਜਿਹਦੇ ਵਿੱਚ ਬੱਚਿਆਂ ਨੇ ਭੰਗੜਾ ਸਿੱਖਦੇ ਤਾਂ ਢੋਲ ਸਿੱਖਿਆ ਹੈ ਜੀ। ਕਹਿੰਦਾ ਮਤਲਬ ਵੀ ਫਿਰ ਆਹ ਦੇਖੋ ਮੇਰੇ ਵੀਰ, ਜਿਹੜਾ ਮੈਂ ਕਿਉਂਕਿ ਜਿਹੜਾ ਆਪਣਾ ਸਾਜ਼ ਢੋਲਕੀ ਜਾਂ ਢੋਲ ਆ ਇਹ ਫੋਕ ਵਿੱਚ ਗਿਣਿਆ ਜਾਂਦਾ ਆ। ਹਾਂਜੀ ਹਾਂਜੀ ਹਾਂਜੀ। ਇਹਦੀ ਕੋਈ ਰਾਈਟਿੰਗ ਵਿੱਚ ਕੋਈ ਚੀਜ਼ ਹੈ ਨਹੀਂ ਸੀ, ਕਿਉਂਕਿ ਜਿਹੜਾ ਢੋਲੀ ਸੀ ਜਾਂ ਢੋਲਕੀ ਉਹ ਇੱਦਾਂ ਆਪਣੇ ਹੱਥਾਂ ਦੇ ਨਾਲ। ਪਰ ਮੈਂ ਫਿਰ ਸ਼ੁਰੂ ਕੀਤਾ, ਮੈਂ ਕਿਹਾ ਨਹੀਂ ਵੀ ਆਪਾਂ ਨੂੰ ਜਾਣੀ ਕਿ ਜੇ ਮੈਂ ਗੋਰਿਆਂ ਨੂੰ ਜਾ ਕੇ ਸਿਖਾਲਣਾ ਆ ਜਿਹੜੇ ਨਹੀਂ ਪੰਜਾਬੀ, ਜੇ ਅਸੀਂ ਮੂੰਹ ਨਾਲ ਸਿਖਾਲਾਂਗੇ ਉਹਨਾਂ ਦੀ ਕੋਈ ਵਜਨ ਨਹੀਂ ਹੋਣਾ। ਫਿਰ ਮੈਂ ਭਾਜੀ ਉਹ ਬੀਟਾਂ ਸ਼ੁਰੂ ਕੀਤੀਆਂ, ਕਿਉਂਕਿ ਮੈਂ 6 ਮਹੀਨੇ ਪਹਿਲਾਂ ਤਬਲਾ ਸਿੱਖਿਆ, ਉਹਦੇ ਬੋਲ ਸੁਣ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਕਨਵਰਟ ਕੀਤਾ। ਠੀਕ ਹੈ, ਹਾਂਜੀ ਉਹ ਕੀਤਾ। ਤਾਂ ਫਿਰ ਤੁਹਾਡੇ ਭਰਾ ਨੇ ਭਾਜੀ ਤੇ ਬੜੀ ਹੋਰ ਫਖਰ ਦੀ ਗੱਲ ਹੈਗੀ ਆ ਬਈ ਜਿਹੜਾ ਕਿ ਇਹ ਐਜੂਕੇਸ਼ਨ ਵਾਸਤੇ ਹੋਰ ਲੈਵਲ 'ਤੇ ਵੀ ਅਸੀਂ ਜਿਹੜਾ ਫੋਕ ਇੰਸਟਰੂਮੈਂਟ ਸੀਗਾ ਨਾ ਭਾਜੀ, ਅਸੀਂ ਢੋਲ ਸਿਲਵਸ ਉਹਦਾ ਬਣਾਇਆ। ਪਹਿਲਾ ਢੋਲ ਸਿਲਵਸ ਦੁਨੀਆ ਦੇ ਵਿੱਚ ਕਿਸੇ ਨੇ ਬਣਾਇਆ ਮੈਂ ਤਾਂ ਭਾਜੀ ਆਪਣੇ ਦੂਸਰੇ ਮੇਰੇ ਵੀਰ ਰਾਈਟ ਹੈਂਡ ਮੈਨ ਮੇਰਾ ਸੀਗਾ ਹਰਜਿੰਦਰ ਸਿੰਘ ਮਥਾਰੂ, ਜਿਹੜੇ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ। ਤਾਂ ਸੁਰਤਾਲ ਆਰਟਸ ਅਸੀਂ ਭਾਜੀ ਜਿਹੜਾ ਫੋਕ ਸਾਜ਼ ਦੁਨੀਆ ਵਿੱਚ ਕਹਿੰਦੇ ਵੀ ਇਕੱਲਾ ਢੋਲ ਹੀ ਆ ਹੈ ਨਾ, ਉੱਦਾਂ ਹੀ ਜਾਣੀ ਕਿ ਦੂਸਰੇ ਬਣਾਉਂਦੇ। ਮੈਂ ਕਿਹਾ ਨਹੀਂ ਯਾਰ, ਇਹਨੂੰ ਹਾਈ ਲੈਵਲ 'ਤੇ ਲੈ ਕੇ ਜਾ। ਜੇ ਕਿਸੇ ਬੱਚੇ ਨੇ ਇੰਗਲਿਸ਼ ਸਕੂਲਾਂ ਦੇ ਵਿੱਚ ਵੀ ਇਹ ਪਾਸ ਹੋ ਗਿਆ ਭਾਜੀ, ਇੰਗਲਿਸ਼ ਸਕੂਲਾਂ ਦੇ ਵਿੱਚ ਜੇ ਕਿਸੇ ਨੇ GCS ਕਰਨੀ ਹੋਵੇ ਢੋਲ ਦੀ ਉਹ ਕਰ ਸਕਦੇ ਆ ਹੈ ਜੀ। ਫਿਰ ਨਿਕਲੀਆਂ ਚੀਜ਼ਾਂ ਉਹ ਜਿੱਦਾਂ ਕਹਿੰਦੇ ਵੀ ਜਿਹੜਾ ਟਾਈਟਲ ਤੁਸੀਂ ਕਹਿ ਦਿੱਤਾ ਸੀ ਨਾ ਵੀ ਕਿੰਗ ਦਾ, ਆਪਣੀ ਮੂੰਹੋਂ ਤਾਰੀਫ ਕਰਦਾ ਆਦਮੀ ਸੱਜਦਾ ਨਹੀਂ ਜਿੰਨਾ ਚਿਰ ਤੁਸੀਂ ਆਹ ਦੇਖੋ ਭਾਜੀ ਸਿੱਖ ਟਾਈਮ ਨੇ ਜਿੱਥੇ ਜਦੋਂ ਅਮਿਤਾਭ ਬੱਚਨ ਜੀ ਬਹੁਤ ਉਹ ਫਿਲਮ ਸ਼ੂਟਿੰਗ ਵਿੱਚ ਉਹਨਾਂ ਦੇ ਸੱਟ ਲੱਗ ਗਏ ਸੀ ਨਾ, ਉਸ ਪਾਸੇ ਇੱਕ ਪਾਸੇ ਤੁਹਾਡੇ ਭਰਾ ਨੂੰ ਲਿਖਿਆ ਸੀਗਾ ਭੰਗੜੇ ਦਾ ਬਾਦਸ਼ਾਹ ਮੱਲ। ਠੀਕ ਹੈ ਹੈ ਜੀ। ਇਹ ਜਿਹੜੇ ਟਾਈਟਲ ਕਿੰਗ ਦਾ ਉਹ ਮੈਂ ਆਪਣੇ ਕੋਲੋਂ ਨਹੀਂ, ਜਿੱਦਾਂ ਲੋਕੀ ਆਪਣਾ ਪ੍ਰਿੰਸ ਕਹਿੰਦੇ ਆ, ਆਹ ਕਹਿੰਦੇ ਆ, ਆਪਣੇ ਆਪ ਨਾਲ ਟਾਈਟਲ ਰੱਖਦੇ। ਤੁਹਾਡੇ ਭਰਾ ਨੇ ਮੈਂ ਤਾਂ ਆਹ ਚੀਜ਼ਾਂ ਲਿਆਂਦੀਆਂ। ਫਿਰ ਅਸੀਂ ਮਲੇਸ਼ੀਆ ਗਏ ਸੀ, ਉੱਥੇ ਸਾਡਾ ਪ੍ਰੋਗਰਾਮ ਸੀ, ਉੱਥੇ ਡਾਕਟਰ ਜ਼ੂ ਸੀਗਾ, ਵਿਸਾਖੀ ਦਾ ਪ੍ਰੋਗਰਾਮ ਸੀਗਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਗੋਡ ਫਾਦਰ ਆਫ ਢੋਲ ਪਲੇ ਗੁਰਚਰਨ ਮਾਲ। ਆ ਪੋਸਟਰਾਂ ਦੇ ਜਾਣੀ ਕਿ ਮੈਂ ਆਪਣੇ ਵੱਲੋਂ ਗੱਲ ਨਹੀਂ ਕੀਤੀ। ਫਿਰ ਜਿਹੜੀ ਫਖਰ ਦੀ ਗੱਲ ਆ ਭਾਜੀ, ਅਸੀਂ ਇੱਕ ਵਾਰੀ ਗਏ ਕੈਨੇਡਾ, ਉਹਦੇ ਵਿੱਚ ਪੈਰਾਂ ਦੇ ਪੋਸਟਰ ਦੇ ਵਿੱਚ ਤਾਂ ਬਹੁਤ ਬੜੇ ਸੀ। ਮੈਂ A3 ਤੇ ਲੈ ਕੇ A4 ਤੇ ਲੈ ਕੇ ਆਇਆ ਵੀ ਇਹ ਸਕੰਗ ਸਾਡਾ ਭਾਜੀ ਸਾਡਾ ਹੀਰੋ UK ਦਾ, ਜਿਹੜਾ ਕਿ ਪਹਿਲੀ ਰਿਕਾਰਡਿੰਗ HMV ਵਿੱਚ ਕੀਤੀ ਆ, ਬੜੀ ਰਿਸਪੈਕਟ ਅਸੀਂ ਦਿੰਦੇ ਹਾਂ। ਗਿੱਧੇ ਦੀ ਰਾਣੀ ਗਿੱਧੇ ਵਿੱਚ ਆ। ਕਿਆ ਬਾਤ ਹੈ। ਅਸੀਂ ਕੈਨੇਡਾ ਗਏ ਸੀਗੇ, ਉੱਥੇ ਭਾਜੀ ਕਦੇ ਮਿਊਜ਼ੀਸ਼ੀਅਨ ਦੀ ਭਾਜੀ ਕਦੇ ਫੋਟੋ ਨਹੀਂ ਹੁੰਦੀ, ਨਿੱਕੀ ਨਿੱਕੀ ਫੋਟੋ ਪਿੱਛੇ ਲੱਗਦੀ। ਮੈਂ ਪਹਿਲਾ ਕਲਾਕਾਰ ਆ ਜਿਹੜੀਆਂ ਕਿ ਫੋਟੋਆਂ ਵੱਖਰੀਆਂ ਲੱਗਣ ਲੱਗੀਆਂ। ਉਹਦੇ ਉੱਤੇ ਲਿਖਿਆ ਸੀ ਗੁਰਚਰਨ ਵਰਲਡ, ਉੱਤੇ ਕੀ ਲਿਖਿਆ ਮੈਂ ਹੁਣੇ ਪੜ੍ਹ ਕੇ ਦਿਖਾਦਾ, ਐਨਕਾਂ ਲਾ ਲਵਾਂ। ਹਾਂਜੀ, ਵਰਲਡਸ ਮੋਸਟ ਇੰਟਰਟੇਨਿੰਗ ਢੋਲ ਪਲੇ ਗੁਰਚਰਨ ਮਾਲ। ਹਾਂਜੀ ਦੇਖੋ, ਇਹ ਜਿਹੜੇ ਪ੍ਰਮੋਟਰ ਸੀਗੇ ਮੇਰੇ ਕੋਲ ਰਿਸ਼ਤੇਦਾਰ ਨਹੀਂ ਸੀਗੇ, ਉਹਨਾਂ ਨੇ ਮੇਰਾ ਕੰਮ ਦੇਖਿਆ ਹਾਂਜੀ। ਤਾਂ ਫਿਰ ਆਹ ਦੇਖੋ ਸਿਲੇਬਸ ਵੀ ਹੋ ਗਿਆ। ਬਾਕੀ ਇੱਕ ਹੋਰ ਆਪਾਂ ਨੂੰ ਪੰਜਾਬੀਆਂ ਨੂੰ ਸਾਰੀ ਦੁਨੀਆ ਦੇ ਵਿੱਚ ਤਾਂ ਫਖਰ ਹੋਣਾ ਚਾਹੀਦਾ। ਆਪਣੇ ਕਮੈਂਟ ਵੀ 2 ਮਿੰਟ ਰਹਿੰਦੇ ਆ। ਓਕੇ ਅੱਛਾ ਭਾਜੀ, ਉਹ ਇਹਦੇ ਵਿੱਚ ਸੀਗਾ ਵੀ ਇੱਕ ਰਾਈਟਰ ਨੇ ਲਿਖਿਆ ਬਈ, ਮੈਂ ਉਹਦੀ ਮਿਹਨਤ ਵੀ ਕੀਤੀ, ਮੈਂ ਕਿਹਾ ਤੂੰ ਆ ਲਿਖ ਦਿੱਤਾ ਤੇ ਪਰ ਤੈਨੂੰ ਲਿਖਣੀ ਚਾਹੀਦੀ। ਉਹਨੇ ਭਾਜੀ ਲਿਖ ਦਿੱਤਾ ਬਈ ਭੰਗੜਾ ਲੈਜੈਂਡ ਗੁਰਚਰਨ ਮਾਲ ਹੈਜ਼ ਡਨ ਫॉर द ਢੋਲ ਵਟ ਉਸਤਾਦ ਜ਼ਾਕਿਰ ਹੁਸੈਨ ਡਿਡ ਫॉर द ਤਬਲਾ ਐਂਡ ਪੰਡਿਤ ਰਵੀ ਸ਼ੰਕਰ ਡਿਡ ਫॉर द ਸਤਾਰ। ਮੈਂ ਕਿਹਾ ਦੇਖੋ ਕਿੱਥੇ ਉਸਤਾਦ ਲੋਕ ਕਲਾਸੀਕਲ ਦੇ, ਕਿੱਥੇ ਇੱਕ ਮੈਂ ਜਾਣੀ ਕਿ ਇਸ ਆਦਮੀ ਨੇ, ਨਾਲੇ ਉਹ ਪੰਜਾਬੀ ਨਹੀਂ ਸੀ, ਇਹ ਪਾਕਿਸਤਾਨੀ ਰਾਈਟਰ ਆ। ਠੀਕ ਹੈ ਠੀਕ ਹਾਂਜੀ, ਇਹ ਚੀਜ਼ਾਂ ਆ ਬਈ ਜਿੱਦਾਂ ਕਹਿੰਦੇ ਵੀ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਆ। ਫਿਰ ਭਾਜੀ ਆਪਾਂ ਛੇ ਦੀ ਗੱਲ ਕਰ ਦੇਣੀ ਆ ਬਈ ਆਹ ਇੱਕ ਫੋਟੋ ਹੈਗੀ ਆ, ਇਹ ਮੇਰੇ ਖਿਆਲ ਭਾਜੀ ਸਾਡਾ ਵੀਰ ਬੜਾ ਟੈਲੈਂਟਿਡ ਆਰਟਿਸਟ ਕੁੱਕੀ ਭਾਜੀ, ਮੇਰੇ ਖਿਆਲ ਆ ਉਹਨਾਂ ਦੀ ਸ਼ਾਪ ਸੀਗੀ, ਤਾਂ ਉਹਨਾਂ ਨੇ ਮੇਰਾ ਫੋਟੋ ਲਾਈ ਸੀ, ਜਿਹੜੀ ਮੇਰੀ ਫੋਟੋ ਇੰਡੀਆ ਦੇ ਵਿੱਚ ਕਾਫੀ ਮਸ਼ਹੂਰ ਉੱਥੇ ਪ੍ਰੋਗਰਾਮਾਂ 'ਤੇ ਵੀ ਲੱਗਦੀ ਰਹੀ ਆ। ਉਹ ਆਹ ਫੋਟੋ ਸੀ ਭਾਜੀ, ਜਿਹੜੀ ਕਿ ਪੰਜਾਬ ਦੇ ਵਿੱਚ ਪਹਿਲੇ ਢੋਲੀ ਦੀ, ਇੰਗਲੈਂਡ ਦੇ ਵਿੱਚ, ਇੰਡੀਆ ਦੇ ਵਿੱਚ ਪੰਜਾਬ ਦੇ ਫੋਟੋਆਂ ਲੱਗਦੀਆਂ ਰਹੀਆਂ ਹਾਂਜੀ। ਤਾਂ ਫਿਰ ਅਸੀਂ ਫਿਰ ਪਿਛਲੇ ਸਾਲ ਭਾਜੀ ਅਸੀਂ ਬਹੁਤ ਬੜੀ ਪ੍ਰੋਜੈਕਟ ਕੀਤੀ ਆ। ਸਾਰੇ ਕਲਾਕਾਰਾਂ ਦਾ ਲੱਖ ਲੱਖ ਸ਼ੁਕਰ ਆ।
ਆਪਣੇ ਗੁਰੂ ਨਾਨਕ ਦੇਵ ਜੀ ਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ 550 ਸਾਲ ਦਾ। ਠੀਕ। ਅਸੀਂ ਐਡੀ ਬੜੀ ਪ੍ਰੋਜੈਕਟ ਕੀਤੀ ਭਾਜੀ, ਇਹਦੇ ਵਿੱਚ 26 ਗੀਤ ਆ, 3 ਸੀਡੀਆਂ ਆ, ਠੀਕ। 25 ਗੀਤ ਆ। ਤਾਂ ਜਿਹੜਾ ਇੱਕ ਪਹਿਲਾ ਗੀਤ ਆ ਅਸੀਂ ਸਾਂਝੇ ਕਲਾਕਾਰਾਂ ਨੇ ਇੰਡੀਆ ਤੋਂ, ਇੰਗਲੈਂਡ ਤੋਂ, ਕੈਨੇਡਾ ਤੋਂ ਕੀਤਾ ਸੀਗਾ ਵੀ 26 ਕਲਾਕਾਰ ਇੱਕ ਗੀਤ ਦੇ ਵਿੱਚ ਆਏ ਆ। ਕੀ ਬਾਤ। ਕੋਲੈਬੋਰੇਸ਼ਨ ਜਿਹੜੀ ਅਸੀਂ ਕੀਤੀ ਆ, ਇਹ ਪਹਿਲੀ ਸੀਡੀ ਆ। ਇਹ ਵੀ ਰਿਕਾਰਡ ਆ। ਹਾਂਜੀ, ਇਹ ਵੀ ਰਿਕਾਰਡ। ਹਾਂਜੀ, ਠੀਕ ਆ। ਅੱਛਾ, ਆਪਾਂ ਆਹ ਨਹੀਂ ਭੁੱਲਣਾ ਇਹ। ਹਾਂਜੀ ਮੇਰੇ ਵੀਰ, ਇਹ ਡੱਬੀ ਤਾਂ ਨਿੱਕੀ ਜਿਹੀ ਆ, ਹਾਂਜੀ, ਪਰ ਆ ਜਿੰਨੀਆਂ ਵੀ ਅਵਾਰਡ ਹੈਗੀਆਂ ਸਾਰਿਆਂ ਦੀ ਆਪਣੀ ਆਪਣੀ ਖੂਬੀ ਆ। ਪਰ ਜਿਹੜੀ ਆ ਇਹ ਮੇਰੇ ਵੀਰ, ਇਹ ਮੈਨੂੰ ਹਰ ਮੈਜੈਸਟੀ ਦ ਕੁਈਨ ਵੱਲੋਂ ਬ੍ਰਿਟਿਸ਼ ਐਮਪਾਇਰ ਮੈਡਲ ਮਿਲਿਆ ਸੀਗਾ। ਠੀਕ ਹੈ। ਇਹ ਨਿੱਕੀ ਜਿਹੀ ਚੀਜ਼ ਆ, ਪਰ ਇਹਦੀ ਜਿਹੜੀ ਵੈਲਿਊ ਜੇ ਕੋਈ ਦੇਖੋ, ਹਰ ਮੈਜੈਸਟੀ ਦ ਕੁਈਨ ਰਾਣੀ ਦੇ ਵੱਲੋਂ, ਜਿਹੜੀ ਕਿ ਮੁਲਕ ਦੀ ਰਾਣੀ, ਉਹਦੇ ਵੱਲੋਂ ਜਾਣੀ ਕਿ ਇਨਾਮ ਮਿਲਣਾ, ਤਾਂ ਇਹ ਜਾਣੀ ਕਿ ਉਹ ਡੱਬੀ ਆ। ਬਹੁਤ ਬਹੁਤ ਮੁਬਾਰਕ ਤੁਹਾਨੂੰ ਅਚੀਵਮੈਂਟ ਦੀ, ਬਹੁਤ ਵਧੀਆ, ਕਮਾਲ ਦੀ। ਅੱਛਾ, ਇੱਕ ਮੈਂ ਹੁਣ ਜਾਤੀ ਸਵਾਲ ਕਰਨਾ ਚਾਹੁੰਦਾ। ਹਾਂਜੀ ਹਾਂਜੀ। ਜਿਹੜਾ ਕਿ ਸ਼ਾਇਦ ਤੁਸੀਂ ਸੋਚਿਆ ਨਾ ਹੋਵੇ, ਮੇਰੇ ਮਨ 'ਚ ਆ ਰਿਹਾ। ਠੀਕ ਆ। ਮੈਂ ਬਹੁਤ ਸਾਰੇ ਢੋਲੀ ਸੁਣੇ ਇੰਡੀਆ ਦੇ, ਚਰਨਦਾਸ ਨੂੰ ਲੈ ਕੇ ਨਿਆਣਿਆਂ ਹੁੰਦਿਆਂ ਨੇ ਵੀ ਲੁਧਿਆਣੇ ਤੋਂ ਆਉਂਦੇ ਸੀ, ਬਹੁਤ ਉਹਨਾਂ ਦਾ ਹੱਥ ਬਹੁਤ ਵਧੀਆ ਸੀ। ਪਰ ਮੈਂ ਲੇਟਲੀ ਇੱਕ ਵੱਖਰਾ ਹੁਨਰ ਦੇਖਿਆ ਜਿਹੜਾ ਕਿ ਭਾਰਤੀ ਢੋਲੀਆਂ ਵਿੱਚ ਨਹੀਂ ਹੈ। ਉਹ ਇਹ ਹੈ ਕਿ ਮੈਂ 2 ਢੋਲੀ ਦੇਖੇ ਪਾਕਿਸਤਾਨ ਦੇ, ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਹੋਰ ਬਹੁਤ ਸੁਣੇ ਜਿਹੜੇ ਕਿ ਉਹ ਤਬਲੇ ਦੇ ਬਰਾਬਰ ਦਾ ਢੋਲ ਵਜਾਉਂਦੇ ਆ, ਤਾਲਾਂ ਸਾਰੀਆਂ, ਰੂਪਕ ਤਾਲ, ਚੁਪਕ ਤਾਲ, 3 ਤਾਲ, ਕੈਰਵਾ, ਦਾਦਰਾ, ਜੋ ਯੂ ਨੇਮ ਇਟ, ਉਹ ਸਾਰਾ ਉਹ ਪਲੇ ਕਰਦੇ ਆ। ਲੇਕਿਨ ਜਿਹੜੇ ਭਾਰਤੀ ਢੋਲੀ ਆ, ਉਹਨਾਂ ਨੇ ਢੋਲ ਨੂੰ ਭੰਗੜੇ ਤੱਕ ਸੀਮਿਤ ਰੱਖਿਆ, ਜਾਂ ਉਹ ਰਿਦਮ ਰੱਖੀ ਜਿਹਨਾਂ ਲੋਕ ਬੰਦੇ ਨੱਚ ਸਕਦੇ ਹੋਣ। ਅਤੇ ਤੁਹਾਡੀ ਮਿਹਰਬਾਨੀ, ਤੁਸੀਂ ਇਹ ਗੱਲ ਆਪਣੀ ਭੁੱਲ ਗਏ ਆ। ਐਕਚੁਅਲੀ ਗਾਣਿਆਂ ਦੇ ਵਿੱਚ ਢੋਲ ਨੂੰ ਲੈ ਕੇ ਹੁਣ ਇਹ ਵੀ ਇੱਕ ਤੁਹਾਡੇ ਹਿੱਸੇ ਗੱਲ ਆਈ ਆ, ਜਿਹੜੀ ਕਿ ਬਹੁਤ ਵਧੀਆ ਆ। ਅਤੇ ਜਿਹੜੇ ਆਪਣੇ ਪੰਜਾਬੀ ਢੋਲੀ ਆ ਜਾਂ ਭਾਰਤ ਦੇ ਢੋਲੀ ਜਿਹੜੇ ਹੈਗੇ ਆ, ਉਹਨਾਂ ਵਿੱਚ ਕਲਾਸੀਕਲ ਨਹੀਂ। ਹੁਣ ਮੇਰੇ ਵੀਰ ਇਹ ਆ ਕਿ ਜਿਹੜੇ ਪਾਕਿਸਤਾਨੀ ਢੋਲੀ ਆ ਨਾ, ਹਾਂਜੀ, ਬਹੁਤੇ ਉਹ ਪਹਿਲਾਂ ਤਬਲਚੀ ਸੀਗੇ, ਕੰਮ ਇਹਨਾਂ ਆਉਂਦਾ ਨਹੀਂ ਸੀ। ਮੈਨੂੰ ਭਾਜੀ ਪਾਕਿਸਤਾਨ ਤੋਂ 2 ਢੋਲੇ ਦਾ ਟੈਲੀਫੋਨ ਆਇਆ, ਕਹਿੰਦੇ ਕਿੰਗ ਸਾਹਿਬ ਤੁਹਾਡਾ ਥੈਂਕ ਯੂ। ਮੈਂ ਕਿਹਾ ਭਾਜੀ ਤੁਸੀਂ ਕੌਣ ਬੋਲਦੇ ਆ? ਉਹਨਾਂ ਨੇ ਆਪਣਾ ਨਾਂ ਦੱਸਿਆ। ਠੀਕ। ਤਾਂ ਬਈ ਮੈਂ ਕਿਹਾ ਥੈਂਕ ਯੂ ਕਾਹਦਾ? ਕਹਿੰਦਾ ਯਾਰ ਅਸੀਂ ਤਬਲਾ ਵਜਾ ਕੇ ਥੱਕ ਗਏ ਹਾਂ। ਕਹਿੰਦਾ ਜਦ ਦਾ ਤੂੰ ਢੋਲ ਮਸ਼ਹੂਰ ਕੀਤਾ, ਅਸੀਂ ਵੀ ਢੋਲ ਚੱਕ ਕੇ ਵਜਾਉਣ ਲੱਗ ਪਏ ਹਾਂ। ਕਹਿੰਦਾ ਰੋਟੀ ਤਾਂ ਖਾਣ ਲੱਗ ਪਏ ਹਾਂ। ਠੀਕ ਹੈ। ਦੇਖੋ ਮੇਰੇ ਕੋਲ ਰਿਸ਼ਤੇਦਾਰ ਨਹੀਂ, ਮੇਰੇ ਯਾਰ ਦੋਸਤ ਨਹੀਂ, ਅਗਲੇ ਨੇ ਇੰਨੀ ਮੈਨੂੰ ਜਾਣ ਕੇ ਮਾਣ ਦਿੱਤਾ, ਉਹਨਾਂ ਨੇ ਕੀਤਾ। ਕਿਉਂਕਿ ਉਹ ਤਾਂ ਕਰਕੇ ਜਿੰਨੀਆਂ ਵੀ ਬੀਟਾਂ ਵੱਜਦੀਆਂ ਕਲਾਸੀਕਲ ਤਾਂ ਵਜਾਉਂਦੇ ਆ ਕਿਉਂਕਿ ਜਿਹੜੇ ਬਹੁਤੇ ਢੋਲੀ ਪੁਰਾਣੇ ਆ, ਹਾਂਜੀ, ਉਹ ਸੀਗੇ ਪਹਿਲਾਂ ਤਬਲੇ 'ਚ, ਉਹਨਾਂ ਨੇ ਫਿਰ ਉਹੀ ਬੀਟਾਂ ਕਨਵਰਟ ਕਰਦੇ ਆ ਢੋਲ ਦੇ ਉੱਤੇ। ਤਾਂ ਕਰਕੇ ਬਹੁਤੀਆਂ ਚੀਜ਼ਾਂ ਜੇ ਉਹਨਾਂ ਨੂੰ ਤੁਸੀਂ ਕਹੋਗੇ ਫੋਕ ਢੋਲ ਵਜਾਓ, ਉਹਨਾਂ ਤੋਂ ਵੱਜਣਾ ਹੀ ਨਹੀਂਗਾ। ਠੀਕ ਹੈ। ਉਹ ਹਾਫ ਥੋੜਾ ਕਲਾਸੀਕਲ ਚੀਜ਼ ਲਾਉਂਦੇ ਆ ਥੋੜਾ ਇਹ 2-3। ਜਿਹੜੇ ਪੰਜਾਬੀ ਢੋਲ ਵੀ ਆ ਭਾਜੀ ਹੁਣ ਉਹ ਵੀ ਤੁਸੀਂ ਜਾਣ ਕੇ ਜਿੱਦਾਂ ਕੁਕੀ ਹੋ ਗਿਆ, ਹੋਰ ਕਿੰਨੇ ਅੱਛੇ ਢੋਲੀ ਜਿਹੜੇ ਨਵੇਂ ਆ ਰਹੇ ਨਾ, ਉਹ ਵੀ ਸਾਰੇ ਹੁਣ ਕਲਾਸੀਕਲ ਬੀਟਾਂ ਤੇ ਜਾਣ ਕੇ ਲੱਗੇ ਹੋ। ਠੀਕ ਹੈ। ਕਿਉਂਕਿ ਜਿਹੜੀ ਤਿਰਕਟ ਆ ਆਪਾਂ, ਕਿਉਂਕਿ ਮੈਂ ਉਹ ਭਾਸ਼ਾ ਨਹੀਂ ਵਰਤਣੀ ਕਿਉਂਕਿ ਆਪਾਂ ਤਾਂ ਤੁਹਾਨੂੰ ਸਮਝਦੇ ਹਾਂ ਕਿ ਗੱਲ ਲੋਕਾਂ ਲਈ। ਹਾਂਜੀ ਹਾਂਜੀ। ਅਤੇ ਕਿਉਂਕਿ ਮੈਂ ਜਿਹੜੇ 2 ਭਰਾ ਆਏ ਸੀ ਪਾਕਿਸਤਾਨ ਤੋਂ, ਆਪਣੇ ਅਮਰ ਸਿੰਘ ਸੀ ਨਾ, ਅਮਰ ਮਿਊਜ਼ੀਕਲ ਅਕੈਡਮੀ ਵਾਲੇ, ਹਾਂਜੀ, ਉਹ ਜਾ ਰਹੇ ਨਹੀਂ ਦੁਨੀਆ 'ਤੇ ਹੁਣ, ਉੱਥੇ ਉਹ ਆਏ ਤਾਂ ਉਹਨਾਂ ਨੇ ਢੋਲ ਮੈਂ ਉਹਨਾਂ ਨੂੰ ਸੁਣਿਆ ਅਤੇ ਉਹਨਾਂ ਨੇ ਕਿਆ ਬਾਤਾਂ, ਉਹਨਾਂ ਦੀਆਂ ਇੰਨੀ ਜਾਣੀ ਫਾਈਨ। ਇੱਕ ਤਾਂ ਹੁੰਦਾ ਤਿਰਕਟ ਉਹਦੇ ਤੁਸੀਂ ਤੀਲੀ ਮਾਰਦੇ ਆ, ਲੇਕਿਨ ਕੱਲੀ ਜਿਹੜੀ ਤਿਰਕਟ ਥੋੜ੍ਹੀ ਸਮਝ ਆਉਂਦੀ ਹੈ ਕੀ ਕਰ ਰਹੇ ਹੋ, ਅਤੇ ਉਹਨਾਂ ਨੂੰ ਬੋਲ ਵੀ ਯਾਦ ਆ, ਬਹੁਤ ਟੌਪ ਦੇ। ਅੱਛਾ, ਇੱਕ ਭਾਜੀ ਜ਼ਰੂਰ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਵੀ ਦੇਖੋ ਵੀ ਜਿਹੜਾ ਤਬਲਾ ਨਾ ਉਹਦਾ ਘਰ ਵੀ ਚਲੋ ਆਪਾਂ CD ਨੂੰ ਆਪਾਂ ਗੋਲ ਕਰ ਦਈਏ ਨਾ ਐਡਾ ਕੁ, ਕਿਉਂਕਿ ਇੱਥੇ ਜੇ ਆਪਾਂ ਉਂਗਲੀ ਮਾਰਾਂਗੇ ਉਹਦਾ ਬੋਲ ਹੋਰ ਆ, ਇੱਥੇ ਮਾਰਾਂਗੇ ਹੋਰ ਆ, ਤਾਂ ਕਾਲੀ ਸ਼ਾਹੀ 'ਤੇ ਮਾਰਾਂਗੇ ਹੋਰ। ਇਹ 3 ਬੋਲ ਇੱਕ ਉਂਗਲੀ ਕਰ ਰਹੀ ਆ, ਤਾਂ ਫਿਰ ਬਾਅਦ ਵਿੱਚ ਆਹ ਉਂਗਲੀ ਆ ਜਾਂਦੀ ਆ, ਹਾਂਜੀ, ਫਿਰ ਵਿੱਚ ਆ ਜਾਂਦੀ ਆ, ਫਿਰ ਗੱਭੇ ਆ ਜਾਂਦਾ ਹੱਥ। ਇਹ ਭਾਜੀ ਇਟਸ ਇੰਪੋਸੀਬਲ ਜਿਹੜੇ ਕਿ ਬੋਲ ਤਬਲੇ ਢੋਲ 'ਤੇ ਨਿਕਲ ਜਾਂਦੇ ਨੀਰਨ, ਪਰ ਉਹ ਚੀਜ਼ ਨਹੀਂ ਬਣਦੀ। ਤਿੱਲੀਆਂ ਤੁਸੀਂ ਨਹੀਂ ਮਾਰ ਦੋਗੇ, ਪਰ ਜਿਹੜਾ ਉਹਦਾ
ਜਿਹੜਾ ਆ ਦੇਖੋ ਤੁਸੀਂ ਇੱਕ ਉਂਗਲੀ 3 ਸਾਊਂਡ ਕੱਢਦੀ ਆ, ਤੁਸੀਂ ਖੁੱਲਾ ਬੋਲ ਕਰਤਾ, ਬੰਦ ਕਰਤਾ ਢੋਲ ਤੇ ਤੀਲੀ ਦੇਣਾ, ਫਿਰ ਉੱਤੇ ਮਾਰ ਲਈ, ਥੱਲੇ ਮਾਰ ਲਈ, 3-4 ਸਾਊਂਡ ਕੱਢ ਸਕੋਗੇ ਕਿੱਥੇ? ਇੱਥੇ ਤੁਸੀਂ 6-7 ਢੋਲ ਕੱਢ ਦੇਣੇ। ਆਪਾਂ ਤਪਲੇ ਨਾਲ ਕੰਪੇਅਰ ਨਹੀਂ ਕਰਦੇ ਉਹਨਾਂ ਨੂੰ। ਹਾਂ, ਮੇਰੇ ਕਹਿਣ ਵਾਲਾ ਇਹ ਕਿ ਇਹ ਇੱਕ ਵੱਖਰੇ ਤਰ੍ਹਾਂ ਦਾ ਹੁਨਰ ਆਪਾਂ ਕਹਿ ਸਕਦੇ ਹਾਂ। ਬਹੁਤ ਹੁਨਰ। ਦੇਖੋ ਭਾਜੀ ਜੀ, ਜਿਹੜੀਆਂ ਕੋਈ ਚੀਜ਼ਾਂ ਕਲਾਸੀਕਲ ਆਉਣੀਆਂ, ਕੋਈ ਖਾਲਾ ਜੀ ਦਾ ਬਾੜਾ ਨੀਗਾ, ਬੜੀ ਮਿਹਨਤ ਦੀ ਜ਼ਰੂਰਤ ਆ, ਹੈ ਜੀ। ਦੇਖੋ ਪਰ ਇਹ ਆ ਵੀ ਜੇ ਕਿਸੇ ਨੂੰ ਢੋਲ ਕਹਿਰਵਾਈ ਨਹੀਂ ਕੋਈ ਵਜਾ ਸਕਦਾ, ਉਹਦੇ ਵਾਸਤੇ ਉਹ ਵੀ ਔਖਾ ਹੀ ਆ। ਬਿਲਕੁਲ ਬਿਲਕੁਲ। ਅੱਛਾ, ਇਹ ਨਾਲ ਮੇਰੇ ਕੋਲੋਂ ਕਿਤੇ ਬੇਇਨਸਾਫੀ ਨਾ ਹੋ ਜਾਏ, ਜਿਹੜੀ ਗੱਲ ਆਪਾਂ ਕਵਰ ਨਹੀਂ ਕੀਤੀ ਉਹਨੂੰ ਕਵਰ ਕਰਨੀ ਜ਼ਰੂਰ ਚਾਹੁੰਦਾ। ਤੁਸੀਂ ਐਡਾ ਵੱਡਾ ਨਾਂ ਕਮਾਇਆ, ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਤੁਸੀਂ ਆਪਣਾ ਹੀ ਨਹੀਂ ਨਾਂ ਕਮਾਇਆ, ਤੁਸੀਂ ਆਪਣੇ ਸਮਾਜ ਦਾ, ਆਪਣੇ ਮੁਲਕ ਦਾ, ਆਪਣੇ ਮਾਂ-ਬਾਪ ਦਾ, ਆਪਣੇ ਇਰਦ ਗਿਰਦ ਦਾ ਨਾਂ ਰੌਸ਼ਨ ਕੀਤਾ। ਤੁਸੀਂ ਢੋਲ ਦੀਆਂ ਜਿਹੜੀਆਂ ਚੀਜ਼ਾਂ ਇੰਨੀ ਉਚਾਈ ਤੱਕ ਲੈ ਗਏ, ਪਰ ਮੈਨੂੰ ਇਹ ਹਾਲੇ ਤੱਕ ਯਾਦ ਨਹੀਂ ਆਇਆ ਪੁੱਛਣਾ ਕਿ ਵੀ ਤੁਸੀਂ ਢੋਲ ਕਿੱਥੋਂ ਸਿੱਖਿਆ। ਦੇਖ ਮੇਰੇ ਵੀਰ, ਜਿੱਦਾਂ ਆਪਾਂ ਪਹਿਲਾਂ ਢੋਲਕੀ ਦੀ ਨਾ ਵੀ, ਉਸ ਵੇਲੇ ਵੀ ਜਿੰਨੇ ਵੀ ਢੋਲੀ ਇੰਗਲੈਂਡ ਵਿੱਚ ਹੋਇਆ, ਹਾਂਜੀ, ਭਾਜੀ ਕਰਨੈਲ ਸਿੰਘ ਚੀਮਾ, ਹਾਂਜੀ, ਉਹ ਪਹਿਲੇ ਮੇਰਾ ਸੀਨੀਅਰ ਢੋਲੀ ਤਰੰਗਾ ਗਰੁੱਪ ਦੇ ਵਿੱਚ ਪ੍ਰੇਮ ਭਾਜੀ, ਫਿਰ ਆਪਣੇ ਗ੍ਰੇਟ ਇੰਡੀਅਨ ਡਾਂਸ ਵਿੱਚੋਂ ਹਰਵਿੰਦਰ ਭਾਜੀ, ਫਿਰ ਜੁਗਨੂ ਗਰੁੱਪ ਗ੍ਰੇਵਜ਼ੈਂਟ ਦੇ ਵਿੱਚੋਂ ਸੈਮੀ ਭਾਜੀ, ਕੋਈ ਵੀ ਜਾਣੀ ਕਿ ਪੁਰਾਣੇ ਟਾਈਮ ਤੋਂ 60-70 ਤੱਕ, ਈਵਨ ਅਪ ਟੂ 75-80 ਤੱਕ ਜਿਨ੍ਹਾਂ ਨੇ ਵੀ ਕੁਝ ਸਿੱਖਿਆ, ਉਹਨਾਂ ਨੇ ਆਪੇ ਹੀ ਜਾਣੀ ਕਿ ਸਿੱਖਿਆ। ਕਈਆਂ ਨੇ ਫਿਰ ਉਸਤਾਦ ਵੀ ਧਾਰਿਆ। ਮੈਂ ਕਿਉਂਕਿ ਇੰਡੀਆ ਜਾ ਨਹੀਂ ਸਕਦਾ ਸੀ, ਮੈਂ ਧਾਰਿਆ ਨਹੀਂ। ਪਰ ਜੇ ਇਸ ਨੂੰ ਮੈਂ ਦਿਲੋਂ ਕਹਿੰਦਾ ਵੀ ਮੇਰਾ ਉਸਤਾਦ ਜੀ ਉਹ ਹੈਗਾ ਹਰਬੰਸ ਲਾਲ ਜੀ ਜੋਗੀ, ਹਾਂਜੀ, ਠੀਕ। ਉਹ ਇੱਥੇ ਆਏ ਸੀਗੇ ਜਗਮੋਹਨ ਕੋਲ, ਕੋਈ ਉਹ ਸੀਗੇ ਪਹਿਲੇ ਢੋਲੀ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਗਾਉਣ ਦੇ ਨਾਲ ਢੋਲ, ਕਿਉਂਕਿ ਢੋਲ ਹਮੇਸ਼ਾ ਵੱਜਦਾ ਸੀ ਭੰਗੜੀ ਟੀਮਾਂ ਨਾਲ ਜਾਂ ਇੰਡੀਵਿਜੂਅਲ, ਢੋਲਕੀ ਤਬਲਾ ਗਾਉਣ ਵਾਲਿਆਂ ਨਾਲ। ਉਹ ਪਹਿਲੇ ਢੋਲੀ ਸੀ ਜਿਨ੍ਹਾਂ ਨੇ ਜਗਮੋਹਨ ਜੀ ਉਹਨਾਂ ਦੇ ਨਾਲ ਢੋਲ ਦਾ ਢੋਲਕੀ, ਹਾਂਜੀ। ਤਾਂ ਮੈਂ ਦੂਸਰਾ ਆਦਮੀ ਇੱਥੇ ਆ ਜਿਹੜਾ ਕਿ ਢੋਲ ਦਾ ਢੋਲਕੀ ਗਰੁੱਪਾਂ ਦੇ ਨਾਲ ਸ਼ੁਰੂ ਕੀਤਾ। ਤਾਂ ਇਸ ਕਰਕੇ ਮੈਂ ਉਹਨਾਂ ਨੂੰ ਉਸਤਾਦ ਜੀ ਤਾਂ ਕਹਿੰਦਾ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਸੀਗਾ, ਮੈਂ ਢੋਲਕੀ ਤੇ ਉਹ ਢੋਲ ਤੇ ਸੀ। ਮੈਨੂੰ ਕਹਿੰਦਾ ਕਾਕਾ, ਬੜੇ ਪਿਆਰ ਨਾਲ ਕਹਿੰਦਾ, ਕਾਕਾ ਜਿੱਥੇ ਤੇ ਤੂੰ ਢੋਲਕੀ ਵੱਜੀ ਠੀਕ ਆ, ਜਿੱਥੋਂ ਨਹੀਂ ਵੱਜੀ ਕੋਈ ਗੱਲ ਨਹੀਂ, ਮੈਂ ਢੋਲ ਨਾਲ ਖਬਰ ਕਰ ਲੈਣੀ। ਮੈਂ ਕਿਹਾ ਯਾਰ ਜੇ ਹੋਰ ਕੋਈ ਕਲਾਕਾਰ ਹੁੰਦਾ, ਉਹਨਾਂ ਨੇ ਦੇਖਿਆ ਵੀ ਜਿਹੜੇ ਇੰਗਲੈਂਡ ਦੇ ਕਲਾਕਾਰ ਕਿੰਨੇ ਕੁ ਪਾਣੀ ਵਿੱਚ ਆ, ਉਹਨੇ ਮਾੜਾ ਜਿਹਾ ਪੈਂਤਰਾ ਲਾਉਣਾ ਸੀ, ਮੈਨੂੰ ਬਾਹਰ ਕੱਢ ਦੇਣਾ ਸੀ ਮੇਰੀ ਬੇਇੱਜ਼ਤੀ ਕਰਨ ਵਾਸਤੇ, ਪਰ ਉਹਨੇ ਇਹ ਨਹੀਂ ਕਿਹਾ। ਨਹੀਂ, ਉਹ ਬੰਦੇ ਬਹੁਤ ਇਸ ਕਰਕੇ ਉਹ ਜਾਣੀ ਕਿ ਇਸ ਦੁਨੀਆ ਵਿੱਚ ਤਾਂ ਹੈ ਨਹੀਂ ਗੇ, ਤਾਂ ਪਰ ਉਹਨਾਂ ਦੀ ਬੜੀ ਰਿਸਪੈਕਟ। ਮੇਰਾ ਵੀ ਸੁਭਾਗ ਹੋਇਆ ਉਹਨਾਂ ਦੇ ਨਾਲ ਵਜਾਉਣ ਦਾ, ਤੇ ਵੀ ਇੱਕ ਵਾਰੀ ਬੈਡਫੋਰਡ ਵੀ ਇਕੱਠੇ ਗਏ ਸੀਗੇ, ਹਾਂਜੀ, ਤੇ ਆਫਤਾਬ ਹੁੰਦਾ ਸੀ ਉਹਨਾਂ ਹਾਰਮੋਨੀਅਮ ਤੇ। ਹਾਂਜੀ, ਦੇਖੋ ਜੀ, ਜਿੰਨੇ ਵੀ ਪੁਰਾਣੇ ਸਾਜੀ ਸੀਗੇ, ਹੁਣ ਬਹੁਤੇ ਕਲਾਕਾਰ ਜਿਹੜੇ ਮੈਨੂੰ ਜਾਣਦੇ ਆ, ਇੱਥੇ ਦੇ ਬੱਚੇ ਵੀ, ਮੇਰੇ ਭਰਾ ਵੀ, ਉਹ ਕਹਿੰਦੇ ਵੀ ਜਾਣ ਕੇ ਤੂੰ ਸਾਡਾ ਲੀਡਰ ਆ, ਵੀ ਜਿਹੜੀ ਤੂੰ ਸਟੇਜ 'ਤੇ ਗੱਲ ਸਾਡੇ ਵਾਸਤੇ ਵੀ ਤੂੰ ਹਮੇਸ਼ਾ, ਕਿਉਂਕਿ ਮੈਂ ਆਪਣੇ ਆਪ ਨੂੰ ਪ੍ਰਮੋਟ ਨਹੀਂ ਕਰ ਰਿਹਾ, ਮੈਂ ਮਿਊਜ਼ੀਸ਼ੀਅਨਾਂ ਨੂੰ ਪ੍ਰਮੋਟ ਕਰ ਰਿਹਾ, ਮੈਂ ਡਾਂਸਰਾਂ ਨੂੰ ਪ੍ਰਮੋਟ ਕਰ ਰਿਹਾ, ਕਿਉਂਕਿ ਤਾਰੀਫ ਵੀ ਮੈਂ ਢੋਲੀਆਂ ਦੀ, ਮਿਊਜ਼ੀਸ਼ੀਅਨਾਂ ਦੀ ਕਰ ਰਿਹਾ, ਵਿੱਚੇ ਡਾਂਸਰਾਂ ਦੀ, ਕਿਉਂਕਿ ਗਿੱਧੇ ਦੀਆਂ ਟੀਮਾਂ ਇਹ ਸਾਰੇ ਬੜੇ ਸਟਰਗਲ ਕਰਦੇ ਆ। ਅੱਛਾ, ਤੁਸੀਂ ਬੇਸ਼ੁਮਾਰ ਲੋਕਾਂ ਨੂੰ ਤੁਸੀਂ ਸਿਖਾ ਲਿਆ, ਕੋਈ ਗਿਣਤੀ ਹੈ ਕਿੰਨੇ ਕੁ ਤੁਹਾਡੇ ਸ਼ਾਗਿਰਦ ਜਾਂ ਭੰਗੜੇ ਦੀਆਂ ਟੀਮਾਂ ਤੁਸੀਂ ਕਿੰਨੀਆਂ ਤਿਆਰ ਕੀਤੀਆਂ? ਤਾਂ ਇੱਕ ਇਹ ਆ, ਦੇਖੋ ਪਹਿਲਾਂ ਮੈਂ ਕਿਉਂਕਿ ਆਪਣੇ ਕੋਲ ਮਿੰਟ ਕਰ ਗਿਆ ਮੈਂ 10 ਸਕਿੰਟਾਂ ਪਿੱਛੇ, ਜਾਣੀ ਕਿ ਪਹਿਲੀ ਟੀਮ ਦੇ ਵਿੱਚ ਮੈਂ ਜਦੋਂ ਭੰਗੜਾ ਸ਼ੁਰੂ ਕੀਤਾ ਤਾਂ ਉੱਥੇ ਮੈਂ ਸਿਖਾ ਲਿਆ ਉਸ ਨਿਰੰਕਾਰੀ ਸੰਗਤ ਦੇ ਵਿੱਚ। ਉਹ ਤੋਂ ਬਾਅਦ ਜਦ ਮੈਂ ਤਰੰਗਾ ਗਰੁੱਪ ਦੇ ਵਿੱਚ ਆਇਆ, ਉਹਦੇ ਵਿੱਚ ਪਹਿਲਾਂ ਮੈਂ ਸ਼ੁਰੂ ਕੀਤਾ, ਫਿਰ ਟੂਵਰਡ ਦੀ ਐਂਡ ਮੈਂ ਮਾੜੀ ਜਿਹੀ ਕੋਚਿੰਗ ਕੀਤੀ, ਫਿਰ ਮੈਂ ਚਲ ਗਿਆ ਪੰਜਾਬ ਗਰੁੱਪ ਦੇ ਵਿੱਚ, ਉੱਥੇ ਜਾਣੀ ਕਿ ਮੈਂ 4.5-5 ਸਾਲ ਉੱਥੇ ਮੈਂ ਕੋਚਿੰਗ ਕਰਦਾ ਨਾ ਢੋਲ ਵਜਾਇਆ। ਵਿੱਚ ਆਸਟਰ ਯੂਨੀਵਰਸਿਟੀ ਸਟੂਡੈਂਟ, ਸਿੱਖ ਸਟੂਡੈਂਟ ਫੈਡਰੇਸ਼ਨ, ਉੱਥੇ ਜਾ ਕੇ ਭੰਗੜਾ ਮੈਂ 3.5 ਸਾਲ 4 ਸਾਲ ਉੱਥੇ ਮੈਂ ਭੰਗੜਾ ਕੁੜੀਆਂ ਮੁੰਡਿਆਂ ਨੂੰ ਸਿਖਾਉਂਦਾ ਰਿਹਾ। ਫਿਰ ਮੈਂ ਆਪਣੀ ਟੀਮ ਬਣਾਈ ਨੱਚਦੇ ਹੱਸਦੇ, ਉਹ ਤੋਂ ਬਾਅਦ ਨੱਚਦਾ ਸੰਸਾਰ, ਫਿਰ ਮੈਂ ਬਣਾਈ ਢੋਲ ਬਲਾਸਟ, ਫਿਰ ਮੈਂ ਬਣਾਤੀ ਭੰਗੜਾ ਬਲਾਸਟ, ਫਿਰ ਮੈਂ ਬਣਾਤੀ ਬੈਂਡ ਬਾਜਾ। ਅੱਛਾ ਗੁਰਚਰਨਮਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਥੈਂਕ ਯੂ ਵਾਹਿਗੁਰੂ, ਕਿਉਂਕਿ ਹੁਣ ਆਪਾਂ ਜਿਹੜਾ ਤੁਹਾਡਾ ਹੁਨਰ ਆ, ਹਾਂਜੀ, ਆਪਾਂ 5 ਮਿੰਟ ਉਹਨੂੰ ਵੀ ਦੇਣੇ ਆ, ਠੀਕ ਹੈ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੀ ਰਿਕੁਐਸਟ ਨੂੰ ਮੰਨ ਕੇ ਤੁਸੀਂ ਸਟੂਡੀਓ ਨਹੀਂ। ਦੇਖੋ ਮੇਰੇ ਵੀ ਤੁਹਾਡਾ ਤਾਂ ਲੱਖ ਲੱਖ ਸ਼ੁਕਰ ਆ ਧਰਮਪ੍ਰਤ ਜੀ, ਫਿਰ ਕਾਂਸੀ ਟੀਵੀ ਦਾ ਲੱਖ ਲੱਖ ਸ਼ੁਕਰ ਆ, ਤਾਂ ਸਾਰਿਆਂ ਤੋਂ ਜ਼ਿਆਦਾ ਬੜਾ ਲੱਖ ਲੱਖ ਸ਼ੁਕਰ ਆ ਜਿਹੜੇ ਸਾਨੂੰ ਬਜ਼ੁਰਗ ਭੈਣ ਭਰਾ ਬੱਚੇ ਬੱਚੀਆਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ।
ਸਰੋਤਿਓ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਇਸ ਪ੍ਰੋਗਰਾਮ ਨੂੰ ਸਹਿਲਾਉਂਦੇ ਹੋ। ਤੁਹਾਡੇ ਟੈਲੀਫੋਨ ਕਰਨ ਦਾ ਧੰਨਵਾਦ। ਦੇਖਦੇ ਰਹੋ ਔਰ ਫੀਡਬੈਕ ਕਰਦੇ ਰਿਹਾ ਕਰੋ। ਹੁਣ ਆਪਾਂ ਗੁਰਚਰਨ ਮਲ ਜੀ ਹੁਣਾਂ ਤੋਂ ਜਿਹੜਾ ਇਹਨਾਂ ਦਾ ਹੁਨਰ ਆ, ਜਿਹਦੀ ਬਦੌਲਤ ਇਹਨਾਂ ਦਾ ਪੂਰੀ ਦੁਨੀਆ ਵਿੱਚ ਸੋਨੇ ਵਾਂਗੂ ਨਾਂ ਚਮਕਦਾ, ਇਹਨਾਂ ਦੇ ਆਪਾਂ ਹੁਨਰ ਦੀ ਵੀ 5-7 ਮਿੰਟ ਉਹ ਜਿਹੜੀ ਕਲਾ ਉਹਨੂੰ ਦੇਖਦੇ ਹਾਂ। ਅਤੇ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਮਿਲਾਂਗਾ ਅਗਲੇ ਪ੍ਰੋਗਰਾਮ ਵਿੱਚ। ਹੁਣ ਆਪਾਂ ਗੁਰਚਰਨ ਮਲ ਹੋਣ ਦਾ ਜਿਹੜਾ ਟੋਲ ਦਾ ਡੈਮੋਸਟ੍ਰੇਸ਼ਨ ਹੈਗੀ ਉਹ ਆਪਾਂ ਦੇਖਦੇ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਗੁਰਚਰਨ।
ਕਹਿੰਦੇ ਆ ਅਸੀਂ ਸਾਰਿਆਂ ਵਾਸਤੇ ਅਰਦਾਸ ਕਰਦੇ ਹਾਂ ਸਾਰੇ ਦਿਲੋਂ ਦੁਆ ਮੰਗੀਏ ਘਰ ਘਰ ਹੋਵੇ ਖੁਸ਼ਹਾਲੀ ਸਾਰੇ ਦਿਲੋਂ ਦੁਆ ਮੰਗੀਏ ਘਰ ਘਰ ਹੋਵੇ ਖੁਸ਼ਹਾਲੀ जय गुरुदेव जी, धन गुरुदेव जी, प्रेम भरी सत श्री अकाल जी एंड थैंक यू कहते जान तो पहला। हाँ जी, कंसी टीम का लख लख शुक्र आ, धर्मचंद भाजी का लख लख शुक्र आ, सारे का लख शुक्र आ। थैंक यू, थैंक यू, थैंक यू।